ਅੱਜ ਕੀ ਲੈ ਕੇ ਆਏ ਬਣਾ ਕੇ? पनीर हैदराबादी। पनीर हैदराबादी। हाँ जी। हाँ जी हरमिंदर जी, लच्छा पराठा लुक्स गुड, अंदर तक पूरा कुक होया होया। ਇਹਦੇ ਵਿੱਚ ਮੈਂ ਆਪਣਾ ਇੱਕ ਸਪੈਸ਼ਲ ਮਸਾਲਾ ਵੀ ਪਾਇਆ, ਗਰਮ ਮਸਾਲਾ ਪੀਸ ਕੇ। आपने बहुत अच्छा ट्राई किया। थैंक यू। आई लाइक द फिश। ਤੁਹਾਨੂੰ ਲੱਗਦਾ ਕਿ ਤੁਸੀਂ ਢੋਕਲਾ ਨੂੰ ਬੀਟ ਕਰ ਪਾਏ ਅੱਜ? ਪਤਾ ਨਹੀਂ। I made you nylon bhajia. That's what my mom used to make when I was much younger. It's potatoes, obviously cut really thin, fried in a graham flour coating. ਪ੍ਰੈਜੈਂਟੇਸ਼ਨ ਵਾਈਜ਼ ਜਿਸ ਤਰ੍ਹਾਂ ਮੈਂ ਆਲਰੇਡੀ ਤੁਹਾਨੂੰ ਮੈਂਸ਼ਨ ਕੀਤਾ ਹੈ ਕਿ ਮਤਲਬ ਢਾਬਾ ਸਟਾਈਲ प्लेट हैगी है। हाँ जी। ये क्या है? ओके, ये है क्रीमी योगर्ट। इसमें मैंने जो खीरा है, खीरा को ग्रेट करके कद्दूकस करके डाला है और थोड़ी सी योगर्ट में क्रीम डाली है। पहले आपने बोला अमृतसरी नहीं, पहले आपने बोला फिश फिंगर, फिर आपने बोला अमृतसरी fish finger. तो Yeah, Amritsari fish so finger. which one do you want to stick with? Amritsari fish finger? Yeah. Okay. And that's fish in gravy? Yeah. मलाई कोफ्ता ठीक है, राइस एकदम बढ़िया कुक्ड है, बिल्कुल ठीक है। पम्पकिन पुडिंग ओके, थोड़ा सुनने में नया लग रहा है बट हेलो हरमिंदर जी, हेलो जी। ਅੱਜ ਕੀ ਲੈ ਕੇ ਆਏ ਬਣਾ ਕੇ? पनीर हैदराबादी। पनीर हैदराबादी। हाँ जी। नाल लच्छा परांठा। ओके। पंपकिन हलवा। पंपकिन हलवा। हाँ जी। ओके। सो ਅੱਜ ਅਸੀਂ ਸੀਰੀਅਸਲੀ ਫੂਡ ਵਾਲੀ ਤਵੱਜੋ ਦਵਾਂਗੇ ਐਂਡ ਆਈ ਥਿੰਕ ਵੀ ਗੋਣਾ ਬੀ ਰੈਡੀ ਟੂ ਸਟਾਰਟ। ਹਾਊ ਇਟ ਲੁਕਸ। ਹਾਲੇ ਤਾਂ ਮੈਂ ਦੇਖ ਕੇ ਪ੍ਰੈਜੈਂਟੇਸ਼ਨ ਬਾਰੇ ਹੀ ਗੱਲ ਕਰ ਸਕਦਾ। ਟੇਸਟਿੰਗ ਤਾਂ ਹੁਣ ਮੈਂ ਕਰੂੰਗਾ ਇਸ ਤੋਂ ਬਾਅਦ। ਆਈ ਦੇਖਾਂ ਜਿੰਨਾ ਵਧੀਆ ਲੱਗ ਰਿਹਾ ਕਿ ਮੈਂ ਆਈ ਕੈਨਟ ਸਟਾਪ ਮਾਈਸੈਲਫ ਟੇਸਟ ਕਰਨ ਦੇ ਲਈ। ਪਲੇਟਿੰਗ ਵਾਈਜ਼ ਆਈ ਵੁੱਡ ਸੇ ਇਟਸ ਬੇਸਿਕ ਪਲੇਟਿੰਗ। ਤੁਸੀਂ ਇਹ ਬੇਸਿਕ ਪਲੇਟਿੰਗ ਕਿਉਂ ਚੂਜ਼ ਕੀਤੀ ਅੱਜ? ਕਿਉਂਕਿ ਮੇਰਾ ਬੇਟਾ ਐਡਮਿੰਟਨ ਉਹ ਤੋਂ ਮੂਵ ਕਰ ਰਿਹਾ ਤੇ ਮੈਂ ਬਾਈ ਨਹੀਂ ਕਰ ਸਕੀ ਕਰੋਕਰੀ, ਓਕੇ, ਤੇ ਦੈਟਸ ਵਾਈ ਮੈਂ ਨਹੀਂ ਕਰ ਸਕੀ ਪਲੇਟਿੰਗ ਲਈ ਕੋਈ ਸਪੈਸ਼ਲ। ਠੀਕ ਹੈ। ਆਪਾਂ ਅੱਜ ਜਿਸ ਤਰ੍ਹਾਂ 3 ਕ੍ਰਾਈਟੇਰੀਆ ਸੀਗੇ, ਟੇਸਟਿੰਗ, ਪ੍ਰੈਜੈਂਟੇਸ਼ਨ ਐਂਡ ਇਨੋਵੇਸ਼ਨ। ਹਾਂਜੀ। ਸੋ ਇਹਦੇ ਚ ਇਨੋਵੇਟ ਤੁਸੀਂ ਕੀ ਕੀਤਾ ਹੈਗਾ ਇਸ ਫੂਡ ਦੇ ਵਿੱਚ? ਪਨੀਰ ਹੈਦਰਾਬਾਦੀ ਵਿੱਚ ਮੈਂ ਥੋੜਾ ਆਪਣਾ ਟਵਿਸਟ ਵੀ ਦਿੱਤਾ। ਠੀਕ ਹੈ, ਕਈ ਇਹਦੇ ਵਿੱਚ ਪਾਲਕ ਪਾਉਂਦੇ, ਕਈ ਨਹੀਂ ਪਾਉਂਦੇ, ਠੀਕ ਹੈ। ਮੈਂ ਉਹ ਪਾਈ ਹੈ। ਪੰਪਕਿਨ ਹਲਵਾ ਮੇਰੇ ਖਿਆਲ 'ਚ ਕੋਈ ਟਰਾਈ ਨਹੀਂ ਕਰਦਾ, ਠੀਕ ਹੈ, ਇਹ ਮੇਰੇ ਮਦਰ ਦੀ ਰੈਸਪੀ ਹੈ, ਓਕੇ, ਮੈਂ ਉਹ ਬਣਾਈ ਹੈ। ਤੇ ਲੱਛਾ ਪਰਾਂਠਾ ਵਿੱਚ ਮੈਂ ਅਜਵਾਇਨ ਤੇ ਮੇਥੀ ਪਾਈ। ਠੀਕ ਹੈ। ਲੈਟਸ ਟੇਸਟ। ਇਹਦੇ ਵਿੱਚ ਮੈਂ ਆਪਣਾ ਇੱਕ ਸਪੈਸ਼ਲ ਮਸਾਲਾ ਵੀ ਪਾਇਆ, ਗਰਮ ਮਸਾਲਾ ਪੀਸ ਕੇ। ਪਨੀਰ ਹੈਦਰਾਬਾਦੀ ਤੁਸੀਂ ਕਹਿੰਦੇ ਤੁਸੀਂ ਆਪਣਾ ਟਵਿਸਟ ਦਿੱਤਾ ਸਪਿਨਚ ਦੇ ਨਾਲ। ਟੇਸਟ ਵਾਈਜ਼ ਇਟਸ ਗੁੱਡ, ਪਰ ਜੋ ਸਪਿਨਚ ਹੈ ਵਿੱਚ ਗ੍ਰੇਵੀ ਦੇ ਵਿੱਚ ਤੁਸੀਂ ਪਾਇਆ, ਤੁਸੀਂ ਇਸ ਤਰ੍ਹਾਂ ਹੀ ਚਾਹੁੰਦੇ ਸੀ ਕਿ ਸਮੂਥ ਗ੍ਰੇਵੀ ਚਾਹੁੰਦੇ ਸੀ ਹੈਦਰਾਬਾਦੀ ਮੈਂ ਪਨੀਰ? ਥੋੜੀ ਸਮੂਥ ਗ੍ਰੇਵੀ ਚਾਹੁੰਦੀ ਸੀ, ਪਰ ਮੈਂ ਜਿੰਨਾ ਇਹਦੇ ਵਿੱਚ ਕਰੀਮ, ਦੁੱਧ, ਦਹੀਂ ਤਿੰਨੋਂ ਯੂਜ਼ ਕੀਤੇ, ਹਾਂਜੀ, ਪਰ ਥਿਕ ਹੋ ਰਹੀ ਸੀ ਠੀਕ ਹੈ। ਜਾਂ ਉਹ ਕਵਰ ਨਹੀਂ ਸੀ, ਪੈਨ ਤੇ ਸੁੱਕ ਰਿਹਾ ਸੀ। ਨਹੀਂ, ਜਦੋਂ ਤੁਸੀਂ ਬਲੈਂਡ ਕੀਤੀ ਹੈ, ਬਲੈਂਡ ਕਰਕੇ। ਹਾਂਜੀ, ਉਦੋਂ ਤਾਂ ਬਹੁਤ ਕਰੀਮੀ ਸੀ। ਹਾਂਜੀ, ਇਹ ਗ੍ਰੇਵੀ ਮੈਂ ਟਰਾਈ ਵੀ ਕੀਤੀ ਘਰ। ਵਿੱਚ ਮੈਨੂੰ ਸਪਿਨਚ ਇਸ ਤਰ੍ਹਾਂ ਲੱਗ ਰਿਹਾ ਵਿੱਚ ਜਿਸ ਤਰ੍ਹਾਂ ਪੂਰਾ ਬਲੈਂਡ ਨਹੀਂ ਹੋਇਆ, ਵਿੱਚ ਸਾਬਤਾ ਸਪਿਨਚ ਵੀ ਆ ਰਿਹਾ ਤੁਹਾਡੇ ਮੂੰਹ ਦੇ ਵਿੱਚ। ਮਸਾਲਾ ਜਿਹੜਾ ਤੁਸੀਂ ਕਹਿੰਦੇ ਤੁਸੀਂ ਆਪਣਾ ਯੂਜ਼ ਕੀਤਾ, ਹਾਂਜੀ, ਅਰੋਮਾ ਇਜ਼ ਰੀਅਲੀ ਨਾਈਸ। ਥੈਂਕ ਯੂ। ਤੁਹਾਨੂੰ ਮਤਲਬ ਜਦੋਂ ਤੁਸੀਂ ਪਲੇਟ ਲੈ ਕੇ ਆਏ ਆ ਤਾਂ ਸਮੈਲ ਇੰਨੀ ਵਧੀਆ ਆਉਂਦੀ ਹੈ ਕਿ ਦਿਲ ਕਰਦਾ ਕਿ ਖਾਈਏ। ਥੈਂਕ ਯੂ। ਤੁਹਾਡਾ ਲੱਛਾ ਪਰਾਠਾ ਸਹੀ ਹੈਗਾ, ਲੇਅਰਸ ਬਿਲਕੁਲ ਖੁੱਲ ਰਹੀਆਂ ਹੈਗੀਆਂ ਸਾਰੀਆਂ। ਅਜਵਾਇਨ ਜਿਹੜੀ ਤੁਸੀਂ ਯੂਜ਼ ਕੀਤੀ ਹੈ ਉਹਦਾ ਵਧੀਆ ਟੇਸਟ ਆ ਰਿਹਾ। ਥੈਂਕ ਯੂ। ਹਲਵਾ
It's not what I was expecting. ਮੈਨੂੰ ਹਲਵਾ ਘੱਟ ਲੱਗ ਰਿਹਾ, ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਕੋਈ ਮਿੱਠੀ ਸਬਜ਼ੀ ਖਾ ਰਿਹਾ ਮੈਂ। ਹਲਵਾ ਘੱਟ ਲੱਗ ਰਿਹਾ। ਇਲਾਇਚੀ ਤੁਸੀਂ ਪਾਊਡਰ ਦੀ ਬਜਾਏ ਦਾਣਾ ਯੂਜ਼ ਕੀਤਾ ਹੈ ਨਾ? ਸੌਂਫ ਤੇ ਇਲਾਇਚੀ। ਹਾਂ, ਠੀਕ ਹੈ। ਅਗਰ ਪਾਊਡਰ ਯੂਜ਼ ਕਰਦੇ ਤਾਂ ਜ਼ਿਆਦਾ ਵਧੀਆ ਫਲੇਵਰ ਆਉਣਾ ਸੀ। ਉਹਨੂੰ ਜਦੋਂ ਹੁਣ ਮੈਂ ਇੱਕ ਬਾਈਟ ਕੀਤੀ ਤਾਂ ਉਹਦੇ ਵਿੱਚ ਮੈਨੂੰ 2 ਇਲਾਇਚੀ ਦੇ ਦਾਣੇ ਆ ਗਏ, ਤਾਂ ਉਸਨੇ ਓਵਰਪਾਵਰ ਕਰ ਲਿਆ ਸਾਰਾ ਇਸ ਨੂੰ। ਐਂ ਲੱਗ ਰਿਹਾ ਸੀ ਮੈਂ ਇਲਾਇਚੀ ਖਾ ਰਿਹਾ। ਪਾਊਡਰ ਪਾਉਂਦੇ ਤਾਂ ਇਸ ਜ਼ਿਆਦਾ ਵਧੀਆ ਹੋ ਜਾਣਾ ਸੀ। ਅਦਰਵਾਈਜ਼ ਓਵਰਆਲ ਇਟਸ ਨਾਈਸ। Thank you. And Harminder ji, लच्छे पराठा looks good. अंदर तक पूरा कुक होया हुआ है, taste well as well. Thank you. Halwa, I'm okay with it. I like it. I liked it, but the Hyderabadi paneer, to me, it's overpowering. Masala overpowering the taste. I can taste ginger. It's not fried properly yet, but I can smell the ginger is overpowering. As you said, ਜਿਹੜੀ ਛੋਟੀ ਇਲਾਇਚੀ ਹੈ ਉਹ ਵੀ it takes over everything, right? So I'm okay with the paneer, but ਤੁਹਾਡਾ ਹਲਵਾ I like it, and your lachha paratha was pretty good. Thank you. Lachha parathas are good. They are well cooked. Hyderabadi paneer, थोड़ी ग्रेवी इसकी थोड़ी थिक है, थोड़े खड़े मसाले थोड़े मुंह में आ रहे हैं। I wish it was more smoother of a gravy. The halwa tastes good, और उसका texture थोड़ा हलवे वाला नहीं है। Yeah. आपको क्या लगता है आपने आज कैसा किया? ग्रेवी तो ठीक मुझे भी लग रही थी। तो आपने उसको फिर एडजस्ट क्यों नहीं किया? वो ज्यादा क्रीम मिल्क डालने से उसका टेस्ट मुझे लगता था वैसा नहीं रहेगा। ओके। इसलिए, और पानी अलग रह जाता अगर पानी तो। आपको लगता है कि आप कुछ और चेंज करना चाहते हैं? हाँ जी। क्या चेंज करते हैं? मैं डेजर्ट हो सोच के आई सी, मैंने वो बनाना चाहिए। क्या सोच के आए थे? ड्राई फ्रूट्स कैरमलाइज चीनी विच क्रीम पा के ਉਹਦਾ ਇੱਕ डेजर्ट बनदा, ड्राई फ्रूट क्रैकर्स कह लो। तो फिर आपने बनाई क्यों नहीं? मुझे लगा ये यूनिक है। ओके, चलिए कोई बात नहीं। आपने जो भी ट्राई किया दैट्स गुड, एंड यू ट्राइड योर बेस्ट। मैं कमर्शियल किचन च पहली बारी काम किया, नर्वस भी सी। Thank you very much. थैंक यू। हाँ जी, गायत्री जी अपनी प्लेट लेके आए। हाँ जी गायत्री जी, हेलो। क्या लेके आए हो आज? सो ये केरला स्टाइल फिश, ड्राई फिश, एंड जो मटका है उसमें गोवा स्टाइल चिकन करी विथ राइस, सम सैलेड, एंड जो मैं महाराष्ट्र से हूँ वहाँ पे ना जो मतलब छाछ बोलते हैं उसे मट्ठा बोलते हैं। हाँ, तो वो मट्ठा है, दोनों में सेम ही है। ठीक है। प्रेजेंटेशन बिल्कुल आपने ऑथेंटिक महाराष्ट्र स्टाइल की है। तो कैसे सोचा आपने कि मैं ऐसे प्रेजेंटेशन करूँ? एक्चुअली सर जी जो बनाना लीफ है ना, मैं जलगांव से हूँ प्रॉपर, तो फिर वहाँ पे मोस्टली जलगांव का जो बनाना है वो वर्ल्ड वाइड फेमस है, वर्ल्ड में वहाँ से बनाना जाता है। तो बना हम रोज जैसे मॉर्निंग और जैसे डिनर भी और लंच भी हम सेम बनाना लीफ पे ही करते हैं। तो इसलिए वो मेरा था कि मैं बनाना लीफ पे ही जो भी करूँगी प्रेजेंटेशन उसी के ऊपर करूँ। और फिश और चिकन हमारा फेवरेट है, तो इसलिए फिर और जो चिकन करी है मोस्टली मम्मी बनाती है मेरी वो चिकन करी, तो इसलिए मैंने सोचा कि मैं चिकन करी ट्राई मतलब बनाऊंगी आज। और जो फिश है वो मेरी बुआ की स्पेशलिटी है, तो उन्होंने मुझे सिखाई है फिश, तो इसलिए पूरी फैमिली की रेसिपी आपने आज एक पूरे प्लेट में डाल दी। यस। चिकन महाराष्ट्र स्टाइल में क्या स्पेशल किया आपने? चिकन गोवा स्टाइल गोवन। यस। तो इसमें क्या स्पेशल क्या किया आपने? मोस्टली बोन इन चिकन बनाते हैं, लेकिन मैंने आज बोनलेस चिकन ट्राई किया। या नो, कोई मसाला कोई स्पेशल डाला? जस्ट गरम मसाला। गरम मसाला। या
लेट्स टेस्ट. Gayatri, why did you call it Goan chicken? एक्चुअली सर जी मोस्टली जो गोवा स्टाइल होता है ना, गोवा या फिर जैसे महाराष्ट्र में भी तो जैसे मटका बोलते हैं, उसमें सर्व करते हैं चिकन करी. तो इसलिए मैंने सोचा कि गोवन स्टाइल ही नाम रखूँ उसका. नहीं, बट अगर गोवन स्टाइल था तो इसके अंदर कुछ वैसा होना चाहिए जो कि गोवन चिकन करी में होता है. या तो वो क्या एलिमेंट्स हैं अगर आपने यूज किए हैं कि ये गोवन चिकन करी है? गरम मसाला. गरम मसाला तो ऑलमोस्ट हर डिश में डलता है. यस. लेकिन जैसे जो कोकन, आपको पता होगा कोकन, या सो मोस्टली वहाँ का जो गरम मसाला है वो स्पेशलिटी है, तो इसलिए वो यूज किया मैंने. गोवन चिकन करी में क्या कोकोनट या कोकोनट मिल्क नहीं यूज नहीं, करते? कोकोनट मिल्क नहीं, जैसे कोकम वो यूज किया मैंने थोड़ा सा, लेकिन बहुत कम, क्योंकि ज्यादा सावर ना हो जाए, तो इसलिए मैंने जस्ट कोकम वाटर में डाल के उसका थोड़ा सा. और एक सेकूटी मसाला भी आता है. सॉरी, चिकन सेकूटी, that's something गोवन. सुकोकी नहीं. नहीं, चलिए मैं थोड़ा समझ नहीं पा रहा कि सवई- why is it गोवन चिकन करी. साउजी और सवई आता है. ओके, सो गोवन चिकन करी ये कोकम की वजह से है. या और जैसे मटका में डाली Okay. तो इसलिए मैंने उसका नाम गोवन स्टाइल रख दिया. ओके, इट्स टेस्टिंग गुड. राइस मेरे को हल्का सा टैड बिट ओवरकुक लगा. ओके. या मट्ठा इज गुड टू एंड फिश का फ्लेवर अच्छा है. थोड़ा क्रिस्पी कम है. या ओवरऑल गुड प्रेजेंटेशन. आई लाइक जो आपने क्यूकम्बर और टोमेटो के साथ किया, शोइंग अ बिट ऑफ योर नाइफ स्किल्स. दैट्स गुड. या एक्चुअली मुझे सोल कड़ी पता है आपको? हाँ जी. सोल कड़ी बनानी थी, लेकिन उसके लिए फ्रेश कोकोनट लगता है, तो मोस्टली चिकन या फिश के साथ सोल कड़ी पीते हैं, लेकिन वो अवेलेबल नहीं इस राउंड का वही तो था कि जो आपको ऑप्शन दिए जा रहे हैं Yes. उसमें से आप चूज करिए और Yeah. बेस्ट बनाइए. मोस्टली मैं योगर्ट चूज किया कि मैं एटलीस्ट मट्ठा बना दूं, कुछ तो मीठा, मतलब उसके साथ ठंडा चाहिए, तो Yeah. इसलिए मैंने वो ट्राई किया. आपने बहुत अच्छा ट्राई किया. थैंक यू. आई लाइक द फिश. Thank you. फिश का जो मसाला है, ये ऊपर कोटिंग आपने सूजी से की है. या सूजी Okay. एंड राइस. सूजी, ओके. इसकी वजह से काफ़ी वो जो ऊपर से क्रिस्पी हो गई है. राइस, आई एग्री विद अंशुल जी. थोड़ा ये आप चाहते थे इसको मोर स्टिकी बनाना, कि आपको शेप देना है, कि या शेफ के लिए थोड़ा सा मैंने ओवर कुक किया? ओवर कुक किया, क्योंकि शेप अगर थोड़ा ड्राई राइस हो जाता तो वो स्प्रेड हो जाता, तो इसलिए. और सैलड के साथ आपने पूरा आर्ट एंड क्राफ्ट किया है. Thank you. बिल्कुल सही तरह से स्लाइसेस काटे हैं. थैंक यू. नाइफ भी आपका पूरा शार्प लग रहा है. चिकन करी, आई एग्री विद अंशुल जी कि मुझे भी ऐसे लगा कि गोवन स्टाइल मुझे कोई ऐसा डिफरेंट नहीं लगा. जैसे पंजाबी चिकन करी होती है, मुझे वैसा ही टेस्ट लग रहा है. ओके. मतलब कुछ ऐसे डिफरेंट नहीं लगा. और मटका वेरी रिफ्रेशिंग. मतलब वो ऐसे लगता है कि कुछ बहुत फ्रेश हो गए खा के. बट अमंग ऑल आई लाइक द फिश मोस्ट. थैंक यू सो मच. हाँ जी गायत्री जी, फिश टेस्ट प्रीटी गुड. थैंक यू. याद होगा आपको जब आप बना रहे थे तो आपने इसको कवर कर दिया. या नेक्स्ट टाइम ट्राई नॉट टू कवर इट. इट स्टेज मोर क्रिस्पी. ओके. श्योर. Chicken cooked perfectly. I like the taste. Matha was good, and salad. I know you can't put too much salt because it's gonna leave some water. Yes. Use lime or lemon, just a Okay. little bit pinch of it. Okay. Would give you a little taste of it. Okay. Sure. And yeah, I like it. The matha was good, refreshing. Thank you very much. Thank you so much. Hello Navjit ji. Hello, आज की लेके आई साथ ले तुसी. it's fish finger Okay. and fish gravy with rice. Fish finger and fish gravy. Yeah. That's nice. Okay.
ਤੁਸੀਂ It's a ਦੋਨੋਂ Amritsari fish finger जैसे Amritsari fish recipe. ਠੀਕ ਹੈ ਦੋਨੋਂ ਡਿਸ਼ਸ ਤੁਸੀਂ ਫਿਸ਼ ਦੀਆਂ ਬਣਾਉਂਦੀਆਂ ਕਿ ਉਹ ਸੋਚੀਆਂ? I'll say like my favorite. ਹੈਂ? My favorite. ਓਕੇ ਯੂਰ ਫੇਵਰਿਟ ਓਕੇ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਾ ਕਿ ਇਟਸ ਵੈਰੀ ਰਿਸਕੀ ਕਿ ਦੋਨੋਂ ਡਿਸ਼ ਹੀ ਮੈਂ ਫਿਸ਼ ਦੀਆਂ ਲੈ ਕੇ No, totally different taste. That is comes into snacks, starters and all. So this is totally different taste. ठीक है करिए जी टेस्ट Please. पहले आपने बोला अमृतसरी नहीं, पहले आपने बोला फिश फिंगर, फिर आपने Fish बोला finger. अमृतसरी Amritsari fish finger. तो Yeah, Amritsari fish so finger. which one do you want to stick with? Amritsari fish finger? Yeah. Okay. And that's fish in gravy? Yeah. उसका कुछ और नाम या कुछ डिफरेंट या बस फिश इन ग्रेवी? Fish in gravy. What kind of gravy? So what kind of gravy? Gravy like कुछ आप नाम तो देना चाहेंगे इसको? fish curry. लाइक किस टाइप की ग्रेवी है या कुछ? मुझे याद है आपने ऑडिशन में विनेगर चिकन बनाया था, Yeah. तो अब ये फिश इन व्हाट काइंड ऑफ ग्रेवी, क्या It's a ग्रेवी है? Gravy fish. Okay, with but rice. just gravy fish. Yeah. Okay. Interesting. आपने अमृतसरी फिश फिंगर बनाना था तो आपने फिश को फिंगर साइज में क्यों नहीं काटा? Because your fish was not that. यही it was तो very यही young. तो It सारा was not a talent neat आता one. It was not a neat one. है. Okay. Let's taste. Please cut this in the auditions. Please cut this in the audition. It's supposed to be very crispy, but something was missing, so I don't know now how it tastes. Mint is missing in the chutney. किस चीज़ तो स्टार्ट कਰਾਂ? Starter. स्टार्टर ਓਕੇ ਸਟਾਰਟਰ ਤੁਸੀਂ ਕਿਹਾ ਅੰਮ੍ਰਿਤਸਰੀ ਫਿਸ਼ Fish finger. ਹਾਂਜੀ ਅੰਮ੍ਰਿਤਸਰੀ ਫਿਸ਼ ਫਿੰਗਰ ਅੰਮ੍ਰਿਤਸਰ ਫਿਸ਼ ਦੀ ਕੀ ਖਾਸੀਅਤ ਹੁੰਦੀ ਹੈ? The taste from like the water taste, it's different, totally different. You will not get it from anywhere. Like Amritsari kulcha, the fermented kulcha, it is made only in Amritsar because of the water. It cannot be made in Jalandhar also. Yeah, that's a feature of Amritsari fish is very strong flavor, very spicy. ਮਸਾਲੇ ਉਸ ਦੇ ਵਿੱਚ ਕਾਫੀ ਸਟਰੋਂਗ ਹੁੰਦੇ ਆ, ਬਹੁਤ ਕ੍ਰਿਸਪੀ ਹੁੰਦੀ ਹੈ। ਪਰ ਇਹ ਸਟਾਰਟਰ ਦੇ ਵਿੱਚ ਮੈਨੂੰ ਮਤਲਬ ਨਾਟ ਇਵਨ ਕਲੋਜ਼ ਟੂ ਅੰਮ੍ਰਿਤਸਰੀ ਫਿਸ਼। ਮਤਲਬ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਬਹੁਤ ਬਲੈਂਡ ਜਿਹਾ ਟੇਸਟ ਹੈਗਾ ਕਿ ਮਸਾਲੇ ਦਾ ਟੇਸਟ ਨਹੀਂ ਵਿੱਚ ਆ ਰਿਹਾ ਇਸ ਦੇ। ਹਾਂ ਜੇ ਮੈਂ ਚਟਨੀ ਦੇ ਨਾਲ ਖਾਵਾਂ, ਚਟਨੀ ਜ਼ਰੂਰ ਅੰਮ੍ਰਿਤਸਰ ਵਾਲੀ ਹੈਗੀ ਹੈ। ਤੁਸੀਂ ਕਹਿ ਰਹੇ ਪੁਦੀਨਾ, ਪਰ ਮੈਨੂੰ ਜੇ ਮਿੰਟ ਇਸ ਤੋਂ ਜ਼ਿਆਦਾ ਪਾਉਂਦੇ ਤਾਂ ਸਗੋਂ ਨਹੀਂ ਟੇਸਟ ਆਉਣਾ ਸੀ, ਕੌੜਾ ਹੋ ਜਾਣਾ ਸੀ ਉਹਦੇ ਨਾਲ। ਮਿੰਟ ਥੋੜਾ ਜਿਹਾ ਸਿਰਫ ਫਲੇਵਰ ਦੇ ਲਈ ਹੁੰਦਾ, ਟੇਸਟ ਤਾਂ ਮਿੰਟ ਦਾ ਬਿਟਰ ਹੀ ਹੋਏਗਾ ਜਿੰਨਾ ਜ਼ਿਆਦਾ ਪਾਉਂਗੇ। ਮਤਲਬ ਮੇਰੇ ਲਈ ਪਰਫੈਕਟ ਟੇਸਟ ਹੈਗਾ ਚਟਨੀ ਦਾ। Okay. ਨਾਓ ਟਾਕ ਅਬਾਊਟ ਦਾ ਰਾਈਸ ਮੈਨੂੰ ਥੋੜੇ ਜਿਹੇ ਅੰਡਰ ਕੁੱਕ ਲੱਗੇ। Okay. ਮਤਲਬ ਇਸ ਤੋਂ ਥੋੜੇ ਜਿਹੇ ਹੋਰ ਜੇ 2 ਮਿੰਟ ਵੀ ਹੋਰ ਕੁੱਕ ਕਰ ਲੈਂਦੇ ਤਾਂ ਬਿਲਕੁਲ ਸਹੀ ਵੈਲ ਡਨ ਹੋ ਜਾਣੀ ਸੀ। ਇਹ ਵੀ ਹੋ ਸਕਦਾ ਤੁਸੀਂ ਪ੍ਰੈਜੈਂਟੇਸ਼ਨ ਦੇ ਲਈ ਤੁਸੀਂ ਚਾਹੁੰਦੇ ਸੀਗੇ ਕਿ ਸਟਿਕੀ ਨਾ ਹੋਣ, ਪਰ ਉਹੀ ਬਿਲਕੁਲ 19-21 ਦਾ ਫਰਕ ਰਹਿ ਗਿਆ। Okay. ਗ੍ਰੇਵੀ ਫਿਸ਼ ਮੈਨੂੰ ਕੋਈ ਸਪੈਸ਼ਲਿਟੀ ਨਹੀਂ ਲੱਗੀ ਗ੍ਰੇਵੀ ਫਿਸ਼ ਦੇ ਵਿੱਚ ਕਿ ਕਿੱਥੋਂ ਦੀ ਗ੍ਰੇਵੀ ਫਿਸ਼ ਹੈ। ਮਤਲਬ ਕਿ ਕੀ ਬਣਾਉਣ ਦੀ ਟਰਾਈ ਕੀਤੀ ਤੁਸੀਂ? It's like normal gravy fish, but which Punjabi we get style? from the Punjabi style. It is all North Indian Punjabi style food. ਠੀਕ ਹੈ। That the taste you are not getting in the finger chips is because I have used besan in that. Besan is not used. ਨਹੀਂ ਬੇਸਨ ਯੂਜ਼ ਹੁੰਦਾ ਅੰਮ੍ਰਿਤਸਰੀ ਫਿਸ਼ ਦੇ ਵਿੱਚ। No. ਬੇਸਨ ਮੈਦਾ ਦੋਨੋਂ ਯੂਜ਼ ਕਰਦੇ Very less, very less. ਹਾਂ ਵੈਰੀ ਲੈਸ ਬੇਸਨ। Corn starch and maida and rice flour is used, so that crisp comes ਹਾਂ that. ਨਹੀਂ ਉਹ ਕ੍ਰਿਸਪ ਜਿਹੜਾ ਤੁਹਾਡਾ ਇਸ ਕਰਕੇ ਨਹੀਂ ਆਇਆ। ਮੈਂ ਤੁਹਾਨੂੰ ਉਦੋਂ ਵੀ ਸੁਜੈਸਟ ਕੀਤਾ ਸੀ ਕਿ ਸੈਕਿੰਡ ਟਾਈਮ ਜਦੋਂ ਤੁਸੀਂ ਫਰਾਈ ਕੀਤਾ ਨਾ ਉਦੋਂ ਤੁਹਾਡਾ ਆਇਲ ਗਰਮ ਨਹੀਂ ਸੀ। Okay. ਆਇਲ ਤੁਹਾਡਾ ਬਹੁਤ
ਜ਼ਿਆਦਾ ਹੌਟ ਚਾਹੀਦਾ ਜਦੋਂ ਤੁਸੀਂ ਸੈਕਿੰਡ ਟਾਈਮ ਫਰਾਈ ਕਰਨਾ, Okay. ਫਿਰ ਉਹਦੇ ਨਾਲ ਕ੍ਰਿਸਪੀ ਰਹੇਗੀ, ਇਹ ਕਾਫੀ ਦੇਰ ਕ੍ਰਿਸਪੀ ਰਹੇਗਾ। ਉਸ ਤੋਂ ਬਾਅਦ ਜੇ ਤੁਸੀਂ ਬਿਲਕੁਲ ਗਰਮ ਦੇ ਵਿੱਚ ਫਰਾਈ ਕਰੋਗੇ ਸੈਕਿੰਡ ਟਾਈਮ ਤਾਂ Okay. overall it's nice. Presentation wise to me it looks like ਕਿ ਮੈਂ ਘਰ ਦੇ ਵਿੱਚ ਬੈਠ ਕੇ ਫੂਡ ਖਾ ਰਿਹਾ ਹੈਗਾ, ਮਤਲਬ ਹੋਮਲੀ ਫੀਲਿੰਗ ਆ ਰਹੀ ਹੈ ਕਿ ਮਦਰ ਨੇ ਬਣਾ ਕੇ ਫੂਡ ਦਿੱਤਾ ਹੈਗਾ ਤੇ ਮੈਂ ਖਾ ਰਿਹਾ। Yeah. ਨਾਈਸ ਟਰਾਈ। Thank you. Thank you. ਨਵਜੀਵਨ ਜੀ, ਫਿਸ਼ ਜਿਹੜੀ ਕਰੀ ਬਣਾਈ ਹੈ ਤੁਸੀਂ, ਫਿਸ਼ ਫਰਾਈ ਕੀਤੀ ਸੀ ਪਹਿਲਾਂ ਕਿ No, no. ਬੇਕ ਕਰਕੇ? No. Simple as that. Washed with salt ਹਾਂਜੀ। and then cooked in gravy. ਜੇ ਤੁਸੀਂ ਇਹਦੇ ਵਿੱਚ ਪੀਸ ਥੋੜੇ ਬੜੇ ਹੀ ਲਿੱਤੇ ਹੁੰਦੇ ਨਾ ਤੇ ਉਹਨੂੰ ਫਰਾਈ ਕਰਕੇ ਪਾਇਆ ਹੁੰਦਾ ਤਾਂ ਕ੍ਰਿਸਪੀਨੈਸ ਉਹਦੇ ਵਿੱਚ ਰਹਿਣੀ ਸੀ। Okay. ਨਾਓ ਇਫ ਯੂ ਟਰਾਈ ਟੂ ਗੋ ਫॉर ਇਟ, ਮਿਕਸ ਹੋ ਜਾਂਦਾ, Mix ਹੋ ਗਿਆ, yeah. ਫਲੈਟਰ ਆਊਟ। Yeah. Yeah. I can understand. ਫਿਸ਼ ਪਕੌੜਾ ਜਾਂ ਫਿੰਗਰ ਫਿਸ਼, I didn't see I any taste of avoided it. frying because over there also frying is there, frying is here, so that's why I Yeah, avoided no, it. as Pari said, we ਜਦੋਂ second time fry ਕਰਦੇ ਹਾਂ ਤਾਂ ਉਹ ਕੁਕਿੰਗ ਲਈ ਨਹੀਂ ਹੈ, ਉਹ ਕ੍ਰਿਸਪੀਨੈਸ ਲਈ ਹੈ। Okay. ਤਾਂ ਹੌਟ ਤੇਲ ਦੇ ਵਿੱਚ ਉਹਨੂੰ ਡੀਪ ਫਰਾਈ ਕਰਨਾ ਹੈ। Okay. ਠੀਕ ਹੈ, ਸੋ ਮੈਨੂੰ ਕੋਈ ਐਦਾ ਅੰਮ੍ਰਿਤਸਰੀਆ ਟੇਸਟ ਨਹੀਂ ਲੱਗਿਆ। ਫਿਸ਼ ਕਰੀ ਵਾਸ ਟੇਸਟਫੁਲ ਐਂਡ ਰਾਈਸ ਓਕੇ, ਸੋ ਗੁੱਡ ਐਫਰਟ, ਥੈਂਕ ਯੂ ਵੈਰੀ ਮਚ। Thank you. कोमल जी, हमें और ऑडियंस को बताइए आपने आज क्या प्रिपेयर किया है? आज मैं बनाया है अमृतसरी फिश पकोड़ा एंड कीमा, चिकन कीमा Okay. एंड बटर नान। एंड बटर नान ऑन तवा। ओके। एंड मेरे को कोई चटनी भी दिख रही है। हाँ जी, चटनी भी है, ओके। फिश पकोड़े के नाम। कोई स्पेशल चटनी है? यस इट इज। कुछ उसका अलग नाम है? नहीं, अलग नाम तो नहीं है, हरी चटनी है बट डिफरेंट वे ना बनाई है। आप कुछ थोड़ा एक्सप्लेन करना चाहेंगे कि आपने कुछ आज स्पेशल क्या किया है, जो भी आपने प्रिपेयर किया है? स्पेशली एक तो चटनी डिफरेंट वे ना बनाई है, अनदर थिंग इज कि मैं बटर नान पहली बारी तवे ते बनाया है। यूजली अवन च बना लीदा है बट मैं तवे ते पहली बारी बनाया है। तो आपको क्या लगता है, आप जो बनाना चाहते थे वो आप आज बना पाए? हाँ जी। कॉन्फिडेंट हैं? हाँ जी। ओके, चलिए लेट्स टेस्ट एंड फाइंड आउट। या ਤੁਹਾਨੂੰ ਲੱਗਦਾ ਕਿ ਤੁਸੀਂ ਡੋਕਲਾ ਨੂੰ ਬੀਟ ਕਰ ਪਾਏ ਅੱਜ? पता नहीं। No, I was very happy with the dokla. Naan ਥੋੜਾ ਜਿਹਾ ਅੰਡਰ ਕੁਕ ਰਹਿ ਗਿਆ ਅੰਦਰੋਂ ओके। ਵਿੱਚੋਂ। ਆਈ ਨੋ ਤਵੇ ਦੇ ਉੱਪਰ ਬਣਾਉਣਾ ਥੋੜਾ ਇਟਸ ਡਿਫਿਕਲਟ। हाँ जी। ਹਾਂਜੀ, ਰਹਿ ਜਾਂਦਾ ਥੋੜਾ। ਮਿਡਲ ਸੈਕਸ਼ਨ ਕਾਫੀ ਹੈਗਾ ਵਿੱਚ। ओके। ਹਾਂਜੀ। Your chutney is really good. थैंक यू। लग रहा है कि अमृतसर वाली चटनी खा रहे हैं। हाँ जी। पर अमृतसरी फिश जो है अगेन it's does not look like authentic अमृतसरी fish. कोटिंग ਦੇ ਲਈ ਕੀ ਯੂਜ਼ ਕੀਤਾ ਤੁਸੀਂ ਇਹਦੇ ਉੱਪਰ? सिर्फ बेसन ਬੇਸਨ। या एंड ਉਹਦੇ ਚ स्पाइसेस ਪਾਏ ਆ। ਠੀਕ ਹੈ। ਇਹ ਰੈੱਡ ਕਲਰ ਕਿਸ ਤਰ੍ਹਾਂ? ਦੇਗੀ ਮਿਰਚ। ਦੇਗੀ ਮਿਰਚ ਪਾਈ ਹੈ। हाँ जी। ਠੀਕ ਹੈ। ਚਿੱਲੀ ਫਲੇਕਸ ਹੈ ਨਹੀਂ ਸੀ ਤੁਹਾਡੇ ਕੋਲ? नहीं, चिल्ली फ्लेक्स नहीं। ਚਿੱਲੀ ਫਲੇਕਸ ਥੋੜੇ ਜਿਹੇ ਹੋਰ ਪਾਉਂਦੇ ਨਾ ਇਹਦੇ 'ਚ, ਤਾਂ ਕਿਉਂਕਿ ਦੇਗੀ ਮਿਰਚ ਜਿਹੜੀ ਹੈਗੀ ਕਲਰ ਤਾਂ ਦੇ ਦਿੰਦੀ ਹੈ ਪਰ ਇੱਕ ਹੀਟ ਨਹੀਂ ਦਿੰਦੀ। ओके। ਤੇ ਉਹਦੇ ਲਈ ਜੇ ਤੁਸੀਂ ਉਹ ਯੂਜ਼ ਕਰਦੇ ਤਾਂ ਜ਼ਿਆਦਾ ਵਧੀਆ ਹੋਣਾ ਸੀ। ਕੀਮਾ, ਆਰ ਯੂ ਸੈਟੀਸਫਾਈਡ ਵਿਦ ਦਾ ਕੀਮਾ? हाँ जी। ਮੈਨੂੰ ਲੱਗਦਾ ਕਿ ਬਿਲਕੁਲ ਸਹੀ ਬਣਿਆ। हाँ जी। ਠੀਕ ਹੈ। ਕੀਮਾ ਟੇਸਟ ਵਾਈਜ਼ ਇਟਸ ਗੁੱਡ ਬਟ ਅਗੇਨ ਮੈਨੂੰ ਥੋੜਾ ਜਿਹਾ ਇਸ ਤਰ੍ਹਾਂ ਲੱਗਾ ਕਿ ਜਿਸ ਤਰ੍ਹਾਂ ਕਿ ਇੱਕ ਕੀਮਾ ਹੁੰਦਾ ਨਾ ਕਿ ਬਿਲਕੁਲ ਕੀਮਾ ਨਾਮ ਹੀ ਇਹ ਹੈਗਾ ਕਿ ਬਿਲਕੁਲ ਹਲਵੇ ਦੀ ਤਰ੍ਹਾਂ ਬਣ ਜਾਂਦਾ ਹੈ, ਸਾਰਾ ਕੁਝ ਮਿਕਸ। ਹਾਂਜੀ। ਇਹ ਅਲੱਗ-ਅਲੱਗ ਨਹੀਂ ਲੱਗਦਾ ਕਿ ਕੋਈ ਵਾਟਰ ਅਲੱਗ ਹੈਗਾ, ਕੀਮਾ ਅਲੱਗ ਹੈ। ਤਾਂ ਉਹ ਵਾਲੀ ਇੱਕ ਥੋੜੀ ਜਿਹੀ ਮੈਨੂੰ ਕਮੀ ਲੱਗੀ ਇਹਦੇ 'ਚ।
Okay. Otherwise, taste-wise, it's good. Okay. Presentation-wise, it's good. Rather than ਨਾਨ ਮੈਨੂੰ ਥੋੜਾ ਜਿਹਾ ਇਸ ਤਰ੍ਹਾਂ ਲੱਗਾ ਕਿ ਆਪਾਂ ਬਹੁਤ ਵੱਡੀ ਪਲੇਟ ਨਾਨ ਦੇ ਲਈ ਯੂਜ਼ ਕਰ ਲਈ। Yeah. ਇਹਦੇ ਲਈ ਤੁਸੀਂ ਕੁਝ ਸਮਥਿੰਗ ਡਿਫਰੈਂਟ ਪ੍ਰੈਜੈਂਟੇਸ਼ਨ ਕਰ ਸਕਦੇ ਸੀ ਨਾਨ ਦੇ ਲਈ। Okay. Otherwise, overall, it's good. Nice try. Thank you. And Komal ji, chicken keema, right? ਹਾਂਜੀ Taste to be the ਭਾਈ ਨੇ ਕਿਹਾ ਵੀ shouldn't look water aside and meat aside. ਮੈਂ ਕਿਹਾ ਥੋੜਾ ਜਿਹਾ ਹੋਰ ਭੁੰਨਿਆ ਹੁੰਦਾ ਹਾਂਜੀ ਤੇ ਇਹਨੇ ਟੈਕਸਚਰ ਨੇ ਹੋਰ ਵਧੀਆ ਬਣ ਜਾਣਾ ਸੀ। yeah Fish, it could be more crispy. Masale with chutney, it's perfect. But ਜੇ ਕੱਲੀ fish try go without masale, it's a little bland side. okay Naan, as Pari said, it's half cooked. Yeah. Sorry to say, but whatever it is, it is. yes Right? So you could have done much better job, but overall taste is pretty good. So Thanks. good luck. Thank you. thanks Komalji, after you nailed the dhokla, I was expecting a lot. Keema is like now too basic. Tastes okay, but doesn't impress me. Nothing special to it. You know, yes, it tastes okay. Anybody can eat it any day. आज आपको कुछ और कुछ हट के बनाना चाहिए था. But fish is a bit crispy. It's okay. It's not as authentic as Amritsari fish, but it's fine. Naan a little bit undercooked, but at least okay. You wanted to try something different. yeah आपने उसको तवे पे बनाने की कोशिश की. उसका कलर ठीक आया है, बाहर से वो ठीक लग रहा है, बट अगर उसको थोड़ा सा खोल के देखें Mhm. तो अंदर से हल्का सा रॉ है. Okay. The chutney was good. Overall, okay, you tried your best. yes Let's see what happens. yeah fingers crossed. Thank you. Thank you. राजेंद्र जी, हमें और ऑडियंस को आप बताएंगी आपने क्या बनाया है आज? मैंने संपूर्ण थाली बनाई है। संपूर्ण थाली. हाँ जी, ओके. जिसमें राइस भी है, चपाती भी है और मलाई कोफ्ता और हाँ जी. साथ में लस्सी, साथ जी. में डिजर्ट है पम्पकिन की पुडिंग। पम्पकिन खीर पुडिंग. पम्पकिन की पुडिंग। ओके. आपने टोटल में 5 चीजें बना दी आज. हाँ जी, मैंने गिनी नहीं। आप सोच के आई थी कि मैं 5 चीजें बनाऊंगी? नहीं, मैंने सोच के तो मैं 8 आई थी। 8? हाँ, पुदीना चटनी और सैलेड, लेकिन टाइम की कमी कारण बन नहीं सका। आपको ये बात पता है ना कि ज्यादा आइटम बनाने से कोई एक्स्ट्रा नंबर नहीं मिलने नहीं, वाले. वो तो पता है, पर मेरे को था भी सलाद और चटनी संपूर्ण में और अच्छी लगती है। और ज्यादा आइटम बनाने की एक प्रॉब्लम भी है, क्योंकि आप कोशिश करते हैं कि मैं 5 चीजें बना दूं और फिर आप उन सब डिशेस को उतना टाइम, उतना इम्पोर्टेंस नहीं दे पाए तो गड़बड़ भी हो सकती है. या यू आर राइट। चलो, आपको लगता है आपको रिस्क लेना चाहिए था? रिस्क लेना जिंदगी में शौक है। ओके. तो आपने बताया मलाई कोफ्ता, मीठी लस्सी, हाँ जी, पम्पकिन की पुडिंग, पुडिंग, राइस राइस और लच्छा पराठा. लच्छा पराठा. हाँ जी, चलिए टेस्ट करके देखते हैं. ये अब सूख के टूट गया। राजेंद्र जी, आप ये बताइए आज आपने ये सब बनाने का क्यों सोचा? क्योंकि पहले स्टार्टर तो चाहिए। अच्छा. घर में कोई भी आता है तो उसके लिए करते हैं, आप तो फिर जजेस हो। तो बट हम घर पे तो बैठे नहीं हैं, आप तो कंपटीशन में हो. कंपटीशन में वो भी तब भी स्टार्टर तो चाहिए। तो कंपटीशन में ऐसा तो नहीं है कि स्टार्टर भी चाहिए था, मेन कोर्स भी चाहिए था, लस्सी भी चाहिए थी, 5 आइटमें चाहिए थी. आपने ये क्यों नहीं सोचा कि मैं 2 बनाऊं बट ऐसी बनाऊं कि मजा आ जाए? नहीं, मजा आया। आपने ऐसा सोचा नहीं कि मैं कम बनाऊं बट कुछ हटके बनाऊं या कुछ मजेदार बनाऊं, तड़कता भड़कता? नहीं बना मजेदार। मेरे को ये तो आपको पता चल ही जाएगा. मैंने तो अपने तरफ से बेस्ट बनाया। नहीं, आपने तो बेस्ट दिया. मैं सिर्फ आपसे ये जानना चाह रहा हूँ
कि आपने ऐसा नहीं सोचा कि मैं 2 आइटम ही बनावा, बट मजेदार तड़कती भड़कती आपने कहा 5 बना देती। नहीं ऐसी बात नहीं है क्योंकि संपूर्ण, अगर हमने संपूर्ण बनाना है तो उसमें देखो ठंडा भी चाहिए, कुछ ना कुछ पीने के लिए चाहिए, हैं, मीठा भी चाहिए, सब्जी भी चाहिए, रोटी भी चाहिए, राइस भी चाहिए। फिर आप वहीं घूम फिर के वहीं आ गए, थाली का कंपटीशन तो था ही नहीं। चलिए कोई नहीं। अब ये चीज एक काफी बेसिक है। अब लस्सी, लाइक मीठी लस्सी वेरी नहीं, मैंने पुदीना लस्सी बनानी थी, पुदीना ही नहीं था यहाँ पे। पुदीना तो था। नहीं, हाँ जी, हमें नहीं मिला। आपको कुछ डिफरेंट करना चाहिए था फिर। ये तो वही बात हो गई, ये होता तो मैं ये कर देती, ये होता तो मैं ये कर ऐसी बात देती। नहीं, ऐसी बात नहीं। हाँ जी, तो काफी बेसिक है। लच्छा पराठा में आपने देसी घी यूज किया, मेरे ख्याल या बटर जो भी, काफी ज्यादा डाल दिया, पूरी प्लेट पे ही अभी तक है। ऐसे लग रहा है कि जितना मालपुआ के नीचे होता है उतना ही इस पराठे में लग रहा है। मलाई कोफ्ता ठीक है, राइस एकदम बढ़िया कुक्ड है, बिल्कुल ठीक है। पंपकिन पुडिंग ओके, थोड़ा सुनने में नया लग रहा है बट उसमें भी कुछ एक्साइटिंग नहीं लगा। मैं पुडिंग तो नहीं कहूँगा बट ओके, बाकी लेट्स सी। हाँ जी, मैं भी यही कहूँगा कि ਇੰਨਾ ਕੁਝ ਬਣਾਉਣ ਦੀ ਬਜਾਏ ਜੇ ਤੁਸੀਂ ਮਤਲਬ 2 ਆਈਟਮ ਤੇ ਹੀ ਪੂਰਾ ਜ਼ੋਰ ਲਗਾ ਦਿੰਦੇ, ਜਿਵੇਂ ਪਹਿਲਾਂ ਭੱਲਾ ਕੇਕ ਤੇ ਲਗਾਇਆ ਸੀ। ਭੱਲਾ ਕੇਕ ਵਾਸ ਐਕਸਟਰਾ ਆਰਡੀਨਰੀ, ਕਿ ਮਤਲਬ ਖਾ ਕੇ ਵੀ ਤੁਹਾਨੂੰ ਲੱਗਦਾ ਸੀਗਾ ਕਿ ਟੇਸਟ ਵਧੀਆ ਹੈਗਾ, ਹੈਲਥੀ ਆਪਸ਼ਨ ਵੀ ਸੀ। ਜਿਸ ਤਰ੍ਹਾਂ ਉਹ ਹੈਲਥੀ ਸੀ, ਅੱਜ ਹੁਣ ਇਹ ਬਿਲਕੁਲ ਹੀ ਅਨਹੈਲਥੀ ਕਰਦਾ। ਤੁਸੀਂ ਆ ਮਤਲਬ ਇੰਨਾ ਜ਼ਿਆਦਾ ਘਿਓ, ਐਂ ਲੱਗਦਾ ਹੈਗਾ ਕਿ ਉਹ ਮਾਲਪੂੜਾ ਹੀ ਖਾ ਰਹੇ ਹੈ, ਮਤਲਬ ਲੱਛਾ ਪਰਾਠਾ ਘੱਟ ਲੱਗ ਰਿਹਾ। ਰਾਈਸ ਬਹੁਤ ਵਧੀਆ ਕੁੱਕ ਹੋਏ ਹੈ, ਨਾ ਓਵਰ ਕੁੱਕ ਹੈ ਨਾ ਅੰਡਰ ਕੁੱਕ ਹੈ। ਪੰਪਕਿਨ ਦਾ ਟੇਸਟ ਮੈਨੂੰ ਵਿੱਚ ਆ ਨਹੀਂ ਰਿਹਾ, ਮਤਲਬ ਐਂ ਨਹੀਂ ਲੱਗ ਰਿਹਾ ਕਿ ਮੈਂ ਪੰਪਕਿਨ ਦਾ ਕੁਝ ਖਾ ਰਿਹਾ। ਰਾਈਸ ਹੀ ਓਵਰ ਪਾਵਰ ਕਰ ਰਹੇ ਹੈ। ਜੇ ਥੋੜਾ ਪੰਪਕਿਨ ਜ਼ਿਆਦਾ ਪਾਉਂਦੇ, ਰਾਈਸ ਘੱਟ ਪਾਉਂਦੇ। ਮੈਂ ਰਾਈਸ ਪਾਏ ਨਹੀਂ, ਰਾਈਸ ਦੇ ਵਿੱਚ ਹੈਗੇ ਮੈਨੂੰ ਲੱਗ ਰਿਹਾ ਟੇਸਟ। ਨੋ ਉਹਦੇ ਲੱਛੇ ਨੇ, ਇਹਦੇ ਪੰਪਕਿਨ ਦੇ ਟੱਚ ਵੀ ਨਹੀਂ ਕੀਤੇ ਰਾਈਸ। ਟੇਸਟ ਆ ਰਿਹਾ ਰਾਈਸ ਦੇ। ਨਹੀਂ ਓਨਲੀ ਪੰਪਕਿਨ, ਰਾਈਸ ਤੇ ਟੱਚ ਵੀ ਨਹੀਂ। ਪੰਪਕਿਨ ਦਾ ਮੈਨੂੰ ਟੇਸਟ ਨਹੀਂ ਆ ਰਿਹਾ। ਨਹੀਂ। ਔਰ ਇਹਦਾ ਕੋਫਤਾ ਤੁਸੀਂ ਕਿਸ ਚੀਜ਼ ਦਾ ਬਣਾਇਆ? ਮੈਂ ਮਲਾਈ ਦਾ, ਉਹਦਾ ਸੌਰੀ ਪਨੀਰ ਦਾ, ਤੇ ਉਹ ਪਨੀਰ ਤੋਂ ਰੇਸ਼ੋ ਘੱਟ, ਆਲੂ ਥੋੜਾ ਜਿਹਾ ਤਲੀ ਨਾਲ ਰਗੜ ਤੇ ਫਿਰ ਵਿੱਚ ਕਾਜੂ, ਅਦਰਕ ਤੇ ਹਰੀ ਮਿਰਚ, ਉਹਨਾਂ ਨੂੰ ਬਰੀਕ ਕੱਟ ਕੇ ਉਹਦੇ ਵਿੱਚ ਪਾਇਆ। ਕੋਫਤੇ ਤੋਂ ਤੁਹਾਡਾ ਐਕਸਪੀਰੀਅੰਸ ਲੱਗ ਰਿਹਾ ਹੈਗਾ, ਜੋ ਇੰਨੀ ਸਾਲਾਂ ਦਾ ਐਕਸਪੀਰੀਅੰਸ ਹੈ ਸਾਰਾ ਕੋਫਤੇ 'ਚ ਪਾਤਾ। ਜੇ ਤੁਸੀਂ ਕੋਫਤੇ ਨੂੰ ਹੀ ਹੋਰ ਬਹੁਤ ਵਧੀਆ ਕਰ ਸਕਦੇ ਸੀਗੇ, ਜੇ ਤੁਸੀਂ ਬਾਕੀ ਚੀਜ਼ਾਂ ਤੋਂ ਟਾਈਮ ਹਟਾ ਕੇ ਕੋਫਤੇ 'ਤੇ ਅੱਜ ਲਗਾਉਂਦੇ ਨਾ, ਯੋਰ ਕੋਫਤਾ ਇਜ਼ ਰੀਅਲੀ ਗੁੱਡ। ਟੈਕਸਚਰ ਵਾਈਜ਼ ਬਿਲਕੁਲ ਸੌਫਟ ਹੈ। ਜਿਹੜਾ ਤੁਸੀਂ ਮੈਂ ਦੇਖਿਆ ਪਨੀਰ ਨੂੰ ਮਸਲ ਰਹੇ ਸੀਗੇ, ਇਟਸ ਨਾਟ ਈਜ਼ੀ। ਜਿਹੜਾ ਬਾਹਰ ਵਾਲਾ ਪਨੀਰ ਹੁੰਦਾ ਉਸ ਤੋਂ ਕੋਫਤਾ ਬਣਾਉਣਾ ਨਾਟ ਈਜ਼ੀ, ਪਰ ਜੋ ਤੁਸੀਂ ਇਹ ਕੀਤਾ ਹੈਗਾ, ਦੈਟਸ ਆਲ ਯੂਰ ਐਕਸਪੀਰੀਅੰਸ। ਮਤਲਬ ਬਿਲਕੁਲ ਵੈਲ ਕੁਕਡ ਹੈਗਾ, ਅੰਦਰ ਤੱਕ ਕੋਈ ਅੰਦਰ ਗੰਢ ਨਹੀਂ ਬਣੀ। ਗ੍ਰੇਵੀ ਵੀ ਇਟਸ ਫਾਈਨ, ਬਟ ਗ੍ਰੇਵੀ ਹੋਰ ਵਧੀਆ ਹੋ ਸਕਦੀ ਸੀ ਜੇ ਤੁਹਾਡੇ ਕੋਲ ਟਾਈਮ ਹੁੰਦਾ। Lassi is good, it's refreshing. Overall it's good, but again यही suggestion है कि next time जे chance मिले तो don't focus on multiple things। ठीक है, चाहे 1-2 आइटम बनाओ, पर उस पर पूरा फोकस करके पूरा अपना एक्सपीरियंस डाल के उनके सिर्फ वही 1-2 चीज़ां ते लगाओ कि ताकि वो एक्स्ट्रा ऑर्डनरी बने। ठीक है, ਤੁਸੀਂ ਕੁਝ ਕਰ ਦਿਓ। ਨਹੀਂ ਜੀ ਨਹੀਂ, ਤੁਸੀਂ ਘਬਰਾਓ ਨਾ, ਟੈਨਸ਼ਨ ਨਾ ਲਓ, ਬੜੀ ਮਿਹਨਤ ਕੀਤੀ ਤੁਸੀਂ। ਅਗੇਨ ਜਿੱਦਾਂ ਭਾਈ ਉਹਨਾਂ ਨੇ ਕਿਹਾ ਵੀ ਜੇ ਨੈਕਸਟ ਟਾਈਮ ਤੁਹਾਨੂੰ ਮਿਲਦਾ ਚਾਂਸ ਤਾਂ ਕੋਸ਼ਿਸ਼ ਕਰੋ ਵੀ ਜਿੰਨਾ ਟਾਈਮ ਆ ਉਹ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਲੱਗ ਜਾਏ, ਵੀ ਘੱਟ ਡਿਸ਼ ਬਣਨ ਪਰ ਉਹ 'ਤੇ ਇੰਨਾ ਕੁ ਆਪਣਾ ਧਿਆਨ ਲੱਗੇ ਵੀ ਉਹ ਕਮਾਲ ਹੋ ਜਾਵੇ। ਕੋਫਤੇ ਵੈਰੀ ਨਾਈਸ ਥਰੂ ਆਊਟ, ਫੁਲੀ ਕੁਕਡ, ਟੈਕਸਚਰ ਵੀ ਵਧੀਆ ਹੈ। ਤੇ ਪੰਪਕਿਨ ਪੁਡਿੰਗ ਅਗੇਨ ਮੈਨੂੰ
ਤੁਸੀਂ ਇਹ ਲਈ ਕੀ ਯੂਜ਼ ਕੀਤਾ, ਫਰੈਸ਼ ਸੀਡਸ ਕਿਤੇ ਕਿ ਕਿਹੜਾ ਪੰਪਕਿਨ ਲਈ? ਨਹੀਂ ਪੰਪਕਿਨ ਆਈ ਜਿਹੜਾ ਆਪਣਾ ਇੱਥੇ ਪਿਆ ਸੀ ਹਾਂਜੀ ਹਾਂਜੀ ਉਹੀ ਉਹੀ ਕੱਦੂਕਸ ਕਰਕੇ ਉਹਦਾ ਪਾਣੀ ਰਿਲੀਜ਼ ਕੀਤਾ ਸੀ। ਉਹ ਪਾਣੀ ਰਿਲੀਜ਼ ਕਰ ਦਿੰਦੇ ਤਾਂ ਫਿਰ ਉਹ ਟੇਸਟ ਰਹਿ ਜਾਂਦਾ, ਉਹ ਬਲੈਂਡ ਹੀ ਹੋ ਗਿਆ ਪੂਰਾ ਨਾ, ਇਹ ਟੇਸਟ ਨਹੀਂ ਆ ਰਿਹਾ ਪੰਪਕਿਨ ਦਾ। ਪਾਇਆ ਪੰਪਕਿਨ ਪੂਰੇ ਦਾ ਪੂਰਾ ਪਾਇਆ। ਠੀਕ ਹੈ। ਮੈਂ ਪੁੱਛਿਆ ਸੀ ਨਾ ਜਦੋਂ ਵੱਡਾ ਕਰ ਤੇ ਲੱਛਾ ਪਰੌਂਠਾ ਮੈਂ ਭਲਵਾਨ ਬੰਦਾ ਹੀ, ਮੇਰੇ ਲਈ ਤਾਂ ਠੀਕ ਹੈ ਪਰ ਮੇਰੇ ਲਈ ਵੀ ਥੋੜਾ ਘਿਓ ਜ਼ਿਆਦਾ ਸੀਗਾ। ਲੱਸੀ ਦੇ ਤੁਸੀਂ ਰੋਜ਼ ਲੱਸੀ ਬਣਾ ਸਕਦੇ ਸੀਗੇ, ਕੇਸਰ ਦੀ ਬਣਾ ਸਕਦੇ ਨਹੀਂ ਸੀਗੇ। ਇਹ ਕਹਿੰਦੇ ਸੀ ਨਹੀਂ ਕੁਝ ਲੈ ਕੇ ਆਣਾ, ਇਹੋ ਜਿਹੀ ਚੀਜ਼ ਨਹੀਂ ਲੈ ਕੇ ਪੁੱਛਿਆ ਸੀ, ਕਹਿੰਦੇ ਸੀ ਨਹੀਂ ਲਿਆ ਸਕਦੇ ਚਲੋ ਲੱਸੀ ਵਾਸ ਗੁੱਡ, ਤਾਂ ਕਰਕੇ। ਪਰ ਬੇਸਿਕ ਹੋ ਜਾਂਦਾ ਨਾ, ਥੋੜੀ ਹੋਰ ਕੋਈ ਚੀਜ਼ ਬਣ ਜਾਂਦੀ ਇਹਦੇ ਵਿੱਚ ਕੋਈ ਨਹੀਂ ਮੈਂ ਹੋਰ ਰੋਜ਼ ਪੈਟਲਸ ਚੁੱਕੀਆਂ ਪਹਿਲਾਂ, ਅੱਛਾ ਫਿਰ ਮੈਂ ਕਿਹਾ ਕਿਤੇ ਮਨਾ ਨਾ ਕਰ ਦੇਣ, ਮੈਂ ਫਿਰ ਰੱਖਿਆ ਹੀ ਘਰ। ਚਲੋ ਵਾਹ, ਤੁਸੀਂ ਟਰਾਈ ਬਹੁਤ ਵਧੀਆ ਕੀਤਾ ਜੀ, ਸੋ ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। थैंक यू। ਹਾਂਜੀ ਰੀਟਾ ਜੀ, ਕੀ ਬਣਾਇਆ ਤੁਸੀਂ ਅੱਜ? ਹਾਂਜੀ ਮੈਂ ਮਟਰ ਮਸ਼ਰੂਮ ਤਾਂ ਲੱਛਾ ਪਰੌਂਠਾ ਬਣਾਇਆ। ਮਟਰ ਮਸ਼ਰੂਮ, ਜਸਟ ਬੇਸਿਕ ਮਟਰ ਮਸ਼ਰੂਮ ਜਾਂ ਇਹਦੇ ਚ ਕੋਈ ਤੁਹਾਡਾ ਹਾਂ ਕਰੀਮੀ, ਇਹਦੇ ਵਿੱਚ twist ਹੈ ਪਾਣੀ ਨਹੀਂ ਪਾਇਆ, ਸਿਰਫ ਕਰੀਮ ਹੀ ਪਾਈ ਹੈ। ਓਕੇ, ਸੋ ਦੈਟਸ ਦ ਸਪੈਸ਼ਲਿਟੀ ਕਿ ਤੁਸੀਂ ਕਰੀਮ ਦੇ ਵਿੱਚ ਹੀ ਬਣਾਏ ਆ ਮਟਰ ਤੇ ਮਸ਼ਰੂਮ। ਕਰੀਮ ਦੇ ਵਿੱਚ ਹੀ ਬਣਾਇਆ, Okay. ਹੋਰ ਕੁਝ ਸਪੈਸ਼ਲ ਨਹੀਂ ਕੀਤਾ। ਠੀਕ ਹੈ, ਤੁਸੀਂ ਟੇਸਟ ਕੀਤਾ ਸੀ? ਹਾਂਜੀ ਟੇਸਟ ਕੀਤਾ ਸੀ? ਪਹਿਲਾਂ ਕੀਤਾ ਸੀ, ਹਮਾਰੇ ਮਸਾਲਾ ਟੇਸਟ ਕੀਤਾ ਸੀ ਵੀ ਲੂਣ ਮਿਰਚ ਠੀਕ ਹੈ ਜਾਂ ਨਹੀਂ। ਠੀਕ ਹੈ, ਉਹ ਤੋਂ ਬਾਅਦ ਬਣਾਉਣ ਤੋਂ ਬਾਅਦ ਨਹੀਂ ਕੀਤਾ। ਠੀਕ ਹੈ, ਸੈਟੀਸਫਾਈਡ ਸੀਗੇ ਤੁਸੀਂ ਜਦੋਂ ਟੇਸਟ ਕੀਤਾ? ਠੀਕ ਹੈ ਆਪਣੀ ਇੰਨੀ ਮਿਹਨਤ ਕੀਤੀ ਹੈ ਤਾਂ ਸੈਟੀਸਫਾਈ ਹੈ ਹਾਂਜੀ। कि अच्छा बना है। करिए जी टेस्टिंग। पिताजी आपने कहा कि आपने टेस्ट नहीं किया? हैं? आपने टेस्ट नहीं किया? नहीं मतलब बाद में जब डन हो गया तब नहीं करा, पहले मसाला नमक मिर्च डालने के बाद टमाटर डालने के बाद मैंने मसाला टेस्ट किया। मसाला टेस्ट किया? हाँ, नमक मिर्च ठीक है या नहीं है, तो आपने नमक कम था तो मैंने नमक डाल दिया। मसाले का टेस्ट किया और उसके बाद आपने क्या ऐड किया? उसमें बाद में मशरूम ऐड करें, मतलब मटर डालने के बाद टेस्ट किया था। अच्छा। मशरूम डालने के बाद क्रीम, दोबारा क्रीम डाली तब टेस्ट नहीं किया। वो क्यों नहीं किया आपने? वो थोड़ा मैं क्रीम वगैरह बटर देसी घी वगैरह नहीं यूज करती, थोड़ा प्रॉब्लम है मुझे। अच्छा तो अच्छा, इस इसलिए कारण आपने क्रीम टेस्ट ज्यादा हो गई थी बाद में ना, तो इसलिए पहले आपने कम टेस्ट थी नहीं क्रीम, तो अब मशरूम डालने के बाद फिर ज्यादा हो गई, वो प्रॉब्लम देते हैं मुझे। किया? ओके, तो आप पहले से प्लान करके आए थे कि यही बनाऊं, आप आज यही बनाएंगे या आपने यहाँ आके पहले डिसाइड नहीं। किया? यही पहले मैंने सोचा था कि शिमला मिर्च पनीर बनाऊंगी, हाँ जी। तो फिर जब देखा कि यहाँ पे शिमला मिर्च तो नहीं है, फिर आपने मशरूम सोचा कि मैंने कहा चलिए। मशरूम तो कम ही लोग बनाएंगे, हाँ जी। थोड़ा अलग ही सबसे बनाना चाहिए। तो आपको लगता है आपने इसमें कुछ आज अलग किया है? हाँ वैसे मैं नॉर्मल बनाती हूँ, मटर मशरूम तो बहुत बच्चे खुश होकर खाते हैं, क्रीम वगैरह नहीं डालती, जी। नॉर्मल बनाती हूँ, हल्की सी ग्रेवी वाला। इस ओके। बार क्रीम में बनाया। पराठे के साथ कुछ डिफरेंट किया आपने? हाँ कसूरी मेथी डाली है, थोड़ा सा नमक मिर्च डाला है बीच में। चलिए टेस्ट करते हैं। इट्स गुड बट थोड़ा ਜਿਹਾ ਇਹ ਮੱਠੀ ਵਾਲੀ ਸਾਈਡ ਨੂੰ ਚਲਾ ਗਿਆ, ਲੋ ਥੋੜਾ ਥਿਕ ਹੋ ਗਿਆ ਔਰ ਥੋੜਾ ਵਿੱਚ ਤੁਸੀਂ ਜਿਹੜਾ ਘਿਓ ਯੂਜ਼ ਕੀਤਾ ਉਹ ਥੋੜਾ ਜ਼ਿਆਦਾ ਹੋ ਗਿਆ, ਇਸ ਕਰਕੇ ਥੋੜਾ ਜਿਹਾ ਇਹ ਮਤਲਬ ਮੱਠੀ ਟਾਈਪ ਟੈਕਸਚਰ ਆ ਰਿਹਾ ਹੈਗਾ ਇਹਦਾ। ਲੱਛਾ ਪਰੌਂਠਾ ਥੋੜਾ ਘੱਟ ਲੱਗ ਰਿਹਾ। ਟੇਸਟ ਵਾਈਜ਼ ਇਟਸ ਗੁੱਡ, ਜੋ ਅਜਵਾਇਨ ਦਾ ਟੇਸਟ ਹੈ ਔਰ ਥੋੜਾ ਵਿੱਚ ਸਾਲਟ ਪਾਇਆ, that's a good thought ਕਿ ਅਜਵਾਇਨ ਨਾਲ ਵੈਸੇ ਵੀ ਜਿਹੜਾ ਤੁਸੀਂ ਆ ਇੰਨੀ ਕਰੀਮ ਪਾਈ ਔਰ ਇੰਨਾ ਘਿਓ ਪਾਇਆ ਉਹ ਵਧੀਆ ਕਿ ਅਜਵਾਇਨ ਥੋੜਾ ਡਾਈਜੈਸ਼ਨ ਲਈ ਵੀ ਠੀਕ ਹੈ ਕਿ ਹੀਂग भी पाई, हींग ना भी डाइजेस्ट हो जाए। ਪੂਰਾ ਅਰੇਂਜ ਕੀਤਾ ਹੈਗਾ ਕਿ ਇੰਨਾ ਕੁਝ ਹੈਵੀ ਖਵਾ ਕੇ ਨਾਲ ਡਾਈਜੈਸਟ ਵੀ ਹੋਵੇ। ਜੋ ਤੁਸੀਂ ਇਹਨਾਂ ਮੈਨੂੰ ਫੀਚਰ ਦੱਸਿਆ ਕਿ ਮੈਂ ਇਹਨੂੰ ਕਰੀਮ ਦੇ ਵਿੱਚ ਹੀ ਕੁੱਕ ਕੀਤਾ, ਮੈਨੂੰ ਉਹ ਫੀਚਰ ਦੀ ਬਜਾਏ ਸਗੋਂ ਥੋੜਾ ਉਹ ਡਰਾਬੈਕ ਹੀ ਲੱਗ ਰਿਹਾ ਹੈਗਾ ਕਿ ਟੂ ਮਚ ਕਰੀਮੀ ਲੱਗ ਰਿਹਾ ਜਦੋਂ ਤੁਸੀਂ ਖਾਂਦੇ ਆ ਤਾਂ। ਮਟਰ ਮਸ਼ਰੂਮ ਦੇ ਟੇਸਟ ਜਾਂ ਮਸਾਲਿਆਂ ਦੇ ਟੇਸਟ ਤੋਂ ਇਲਾਵਾ ਕਰੀਮ ਦਾ ਟੇਸਟ ਹੀ ਓਵਰਪਾਵਰ ਕਰ ਰਿਹਾ ਹਰੇਕ ਚੀਜ਼ ਨੂੰ। ਮਤਲਬ ਕਰੀਮ ਥੋੜੀ ਘੱਟ ਪੈ ਸਕਦੀ ਸੀ। ਕਰੀਮ ਆਪਾਂ ਪਾਉਂਦੇ ਹੈਗੇ ਸਬਜ਼ੀ ਦੇ ਵਿੱਚ ਸਿਰਫ ਉਸ ਨੂੰ ਥੋੜਾ ਉਸਦਾ ਟੈਕਸਚਰ ਇੰਪਰੂਵ ਕਰਨ ਦੇ ਲਈ, ਗ੍ਰੇਵੀ ਦਾ ਟੇਸਟ ਉਹਦਾ ਵਧੀਆ ਆ ਜਾਂਦਾ, ਪਰ ਜੇ ਆਪਾਂ ਟੂ ਮਚ ਕਰੀਮ ਪਾ ਦਈਏ ਤਾਂ ਫਿਰ ਉਹ ਕਰੀਮ ਹੀ ਓਵਰਪਾਵਰ ਕਰ ਲੈਂਦੀ, ਕਿਉਂਕਿ ਕਰੀਮ
ਆਪਣੇ ਆਪ ਦੇ ਵਿੱਚ ਹੀ ਟੈਕਸਚਰ ਚੇਂਜ ਕਰ ਦਿੰਦੀ ਹੈ। ਜੇ ਤੁਸੀਂ ਕਰੀਮ ਪਾ ਕੇ ਉਸ ਨੂੰ ਕੁੱਕ ਕਰਦੇ ਹੋ ਜ਼ਿਆਦਾ ਦੇਰ ਤਾਂ ਉਹ ਕਰੀਮ ਜਿਹੜੀ ਉਹ ਸਪਲਿਟ ਹੋ ਜਾਂਦੀ ਹੈ, ਮਤਲਬ ਉਹਦਾ ਘਿਓ ਹੀ ਬਣ ਜਾਂਦਾ ਕਰੀਮ ਦਾ, ਔਰ ਉਹਦਾ ਟੇਸਟ ਬਿਲਕੁਲ ਡਿਫਰੈਂਟ ਹੋ ਜਾਂਦਾ। ਕਰੀਮ ਤਾਂ ਸਿਰਫ ਇਸ ਪਰਪਸ ਨੂੰ ਹੈ ਕਿ ਸਾਰੀ ਸਬਜ਼ੀ ਤੁਸੀਂ ਬਣਾ ਕੇ ਉੱਪਰ 2 ਚਮਚ ਕਰੀਮ ਦੇ ਪਾਏ, ਉਸ ਤੋਂ ਬਾਅਦ ਸਟੋਵ ਬੰਦ ਹੈਗਾ। ਉਹ ਸਿਰਫ ਆਪਾਂ ਉਸ ਪਰਪਸ ਲਈ ਕਰੀਮ ਇਹੋ ਜਿਹੀ ਗ੍ਰੇਵੀਜ਼ ਦੇ ਵਿੱਚ ਯੂਜ਼ ਕਰਦੇ ਹਾਂ। ਅਦਰਵਾਈਜ਼ ਟੇਸਟ ਵਾਈਜ਼ ਗੁੱਡ, ਹੈਲਥ ਪੁਆਇੰਟ ਆਫ ਵਿਊ ਦੇ ਨਾਲ ਇਟਸ ਟੂ ਮਚ ਕਰੀਮੀ। ਮਤਲਬ ਜੇ ਮੈਂ ਕਿਸੇ ਰੈਸਟੋਰੈਂਟ 'ਚ ਜਾ ਕੇ ਇਹ ਆਰਡਰ ਕਰਾਂ ਤਾਂ ਆਈ ਕੈਂਟ ਫਿਨਿਸ਼, ਮਤਲਬ ਇੰਨਾ ਹੈਵੀ ਹੋ ਜਾਏਗਾ ਕਿ ਆਈ ਕੈਂਟ ਫਿਨਿਸ਼। ਸੈਲਡ ਤੁਸੀਂ ਇਸ ਤਰ੍ਹਾਂ ਬੇਸਿਕ ਹੀ ਕਿਉਂ ਕੱਟਿਆ? ਇਸ ਦਾ ਥੋੜਾ ਇਨੋਵੇਟ ਕਰਨਾ ਸੀ, ਥੋੜਾ ਕ੍ਰੀਏਟਿਵ, कि इस तरह ही बढ़िया लगता है? मुझे ऐसे अच्छा लगा, मैं घर पे भी ऐसे ही खाती हूँ इसलिए मैंने वैसे ही कर दिया मुझे करना नहीं आता वो कि अच्छी तरह वो बनाओ, मैं सिंपल ऐसे ही या बारीक काट के उसको ऐसे। ਸੋ ਪਲੇਟਿੰਗ ਦੇ ਵਿੱਚ ਤੁਸੀਂ ਆ ਫਲਾਵਰ ਰੱਖੇ ਆ, ਮੈਨੂੰ ਦੂਰੋਂ ਲੱਗਾ ਸ਼ਾਇਦ ਤੁਸੀਂ ਫਲਾਵਰ ਐਡੀਬਲ ਫਲਾਵਰ ਬਣਾਏ। ਮੈਂ ਦੂਰੋਂ ਦੇਖ ਰਿਹਾ ਸੀ, ਮੈਂ ਕਿਹਾ ਮੈਂ ਤਾਂ ਸਭ ਤੋਂ ਪਹਿਲਾਂ ਫਲਾਵਰ ਟਰਾਈ ਕਰੂੰਗਾ। ਗੱਡੀ 'ਚ ਪਏ ਸੀ ਕਿ ਮੈਂ ਕਿਹਾ ਚਲੋ ਰੱਖ ਦਿੰਦੇ ਆ ਵਿੱਚ। ਮੇਰੀ ਬੇਟੀ ਵੈਡਿੰਗ ਪਲਾਨਰ ਹੈ ਨਾ, ਤਾਂ ਉਹਦਾ ਸਮਾਨ ਪਿਆ ਸੀ ਉਹਦੀ ਗੱਡੀ 'ਚ, ਤੇ ਪੌਟ ਮਿਲ ਗਿਆ, ਮੈਂ ਵਿੱਚ ਰੱਖ। ਤੁਹਾਨੂੰ ਲੱਗਦਾ ਇਜ਼ ਇਟ ਅ ਗੁੱਡ ਆਈਡੀਆ ਕਿ ਆਪਾਂ ਅਨਐਡੀਬਲ ਚੀਜ਼ ਆਪਾਂ ਪਲੇਟ ਦੇ ਵਿੱਚ ਰੱਖੀ ਹੈ ਖਾਣੇ ਦੇ ਵਿੱਚ? नहीं, मुझे तो कुछ नहीं हुआ। मैं तो कंफ्यूज ही हो गया सी, मैं खान लगा सी। नहीं, वो तो देखने से पता ही चल रहा है कि वो आर्टिफिशियल है ही नहीं ओरिजिनल। ठीक है, नाइस ट्राई। एंड इट जी फर्स्ट ऑफ ऑल ਲੱਛਾ ਪਰੌਂਠਾ ਨਾ, ਜੇ ਤੁਸੀਂ ਰੈਗੂਲਰ ਪਰੌਂਠਾ ਬਣਾਉਂਦੇ ਹੋ ਉਹਨੂੰ ਤੁਸੀਂ ਪੀਸ 'ਚ ਕੱਟ ਲਓ, ਕੋਈ ਟੈਨਸ਼ਨ ਨਹੀਂ। ਲੱਛੇ ਪਰੌਂਠੇ ਦੀ ਬਿਊਟੀ ਹੀ ਰਾਊਂਡ 'ਚ, ਜਦੋਂ ਤੁਸੀਂ ਉਹਨੂੰ ਕੱਟਤਾ ਉਹ ਲੱਛਾ ਪਰੌਂਠਾ ਰਿਹਾ ਨਾ, ਕ੍ਰਿਸਪੀ ਜ਼ਿਆਦਾ ਆ, ਥੋੜਾ ਥਿਕ ਹੈਗਾ, ਤੇ ਕਰੀਮ ਜ਼ਿਆਦਾ ਆ, ਸਪੈਸ਼ਲੀ ਜੇ ਨਿਊਟ੍ਰੀਸ਼ਨ ਪੁਆਇੰਟ ਆਫ ਵਿਊ ਦੇਖੀ ਤਾਂ ਜਵੈਨ ਪਾ ਦਿਓ ਜਾਂ ਹਿੰਗ ਪਾ ਦਿਓ, ਉਹਨੇ ਇਹਨੂੰ ਕੱਟਣਾ ਨਹੀਂ ਨਾ। ਇਟਸ ਵੈਰੀ ਰਿਚ ਇਨ ਨਿਊਟ੍ਰੀਸ਼ਨ ਵੇ, ਤੇ ਕੋਸ਼ਿਸ਼ ਕਰੋ ਨੈਕਸਟ ਟਾਈਮ ਵੀ ਆਪਾਂ ਕਰੀਮ ਨੂੰ ਸਿਰਫ ਗਾਰਨਿਸ਼ ਕਰਨ ਲਈ ਜਾਂ ਡੈਕੋਰੇਸ਼ਨ ਕਰਨ ਲਈ ਰੱਖਣਾ, ਉਹ ਚਿਪਕ ਨਹੀਂ ਕਰਨਾ। फस्ट टाइम बनाया ਸੀ, ਅੱਛਾ ਹੋ ਗਿਆ, ਕੋਈ ਚੀਜ਼ ਸਿੱਖਣ ਨੂੰ ਮਿਲੀ ਹੈ, ਟੇਸਟ ਵਧੀਆ, ਪਤਾ ਚੱਲਿਆ ਆਪਣੀ ਕੀ ਗਲਤੀ ਕੀਤੀ। ਮਸਾਲਿਆਂ ਦਾ ਪੂਰਾ ਬੈਲੈਂਸ ਹੈ ਤੇ ਟੇਸਟ ਗੁੱਡ ਬਟ ਕਰੀਮੀ ਹੈ, ਸੋ ਗੁੱਡ ਲੱਕ ਨੈਕਸਟ ਟਾਈਮ। थैंक यू रीता जी, मटर मशरूम टू बेसिक, थोड़ा गाढ़ा भी है ग्रेवी इसकी, आपने बोला टेस्ट नहीं किया, आपको कुछ इशू है, दैट्स फाइन, बट यू नो हल्का सा अगर आप टेस्ट करते तो आई एम श्योर उससे वो इशू बढ़ता नहीं, बट आपको एटलीस्ट ये पता चल जाता कि ये कैसी टेस्ट कर रही है। टेस्ट करना, कॉन्फिडेंस एक जगह होता है और टेस्ट करना एक जगह होता है। टेस्ट करके एटलीस्ट आपको एक चांस मिलता है कि मेरे को इसमें कुछ कम ज़्यादा तो नहीं लग रहा, कुछ ज़्यादा लग रहा है तो आप उसको फिक्स कर सकते हैं, कुछ कम लग रहा है तो ऐड कर सकते हैं। इसके अंदर स्पाइस ठीक है, बट मुझे लगता है कि हल्का सा नमक और होना चाहिए था। दैट्स माय ओपिनियन। ओवरऑल ओके, पराठा थोड़ा क्रिस्पी है, अच्छा भी है, कहीं जगह से कुछ एक्स्ट्रा क्रिस्पीनेस, उसके अंदर खस्तापन आ रहा है। ओवरऑल ओके, लेट्स सी व्हाट हैपेंस। थैंक यू। So Farooq, can you please tell us the judges and our audience what have you made today? Sure. I made you nylon bhujia. That's what my mom used to make when I was much younger. It's potatoes, obviously cut really thin, fried in a graham flour coating. We normally would have it with a tamarind chutney and some ketchup mixed with lime juice, but I wasn't able to get my hands on that today. But you just can imagine eating that. You called it, if I'm not wrong, nylon? Nylon. Nylon? You know, like the material? Nylon bhujia. Okay. And it's something my mom says. What's the name for your second dish? My second one is a vegetarian style butter chicken. Because conventional butter chicken, you just have the chicken with the tomato and the cream and such, but it tends to be very starchy. So I've added onions,
and spinach to it, add a little more balance to it. So then you feel like you're having a little more of a fuller meal. And then you have it with a bed of rice because it's got a nice rust. You guys use the word rust? No. Okay. Or a nice gravy. And then you mix that with the rice. So then it all blends together because the rice tends to be a bit dry. Okay. So then with the nice gravy, if you incorporate that with the rice, it makes it much more moister and gives it much more balanced flavor. May I know why did you call this nylon bhajia? That's what my mom called it. So Never asked her why? What is the story behind? What does it mean? This one, well, I understand. I think she says nylon budget because the fact that it's very thin and how nylon is a very thin material and such that you wear. I just basically call it whatever she does if I can get her to make it for me because she wouldn't make it for me when I wanted. But you know, if I was my dad, yeah, she'd make it for me if I was my dad. But And why would you call the second dish vegetarian butter chicken? I've never heard of it. Well, yeah, because the fact we have vegetarians here and we have meat eaters, so I wanted to get something to make everyone happy. So, But then the vegetarian people won't eat that because you put chicken well, there. they could just pick out the chicken parts out and then eat the vegetarian parts. Tomatoes are vegetarian, onions are vegetarian. Doesn't sound funny to me at all. Oh, okay. Yeah. Okay, let's see. Let's taste it. Okay, please. Are you satisfied with your dish? I think if given different circumstances, I probably would have made it a little differently. But I wanted to make the best dish I could with the ingredients which I had available. So the vegetarian butter chicken that you're saying, is it the first time you tried or Oh, no, you no. usually make that? I usually make the butter chicken and such, but I added the spinach this time because I found that the butter chicken tends to be very starchy. So I added the spinach to it to add more balance to it because I usually like cooking with spinach and tomato together with the onion, and I like that combination. So I wanted to add that to the chicken to add a little more balance to it, to balance the acidity. Do you know why we call this dish butter chicken? Well, because it has butter and it has cream, right? Yeah, buttercream. It's not because of butter or cream. Why we call butter chicken? Because butter is very smooth. Right. And the gravy of butter chicken is as smooth as butter. Oh. Yeah. Oh. To me, Okay. you should rename this dish not butter chicken. You could say like Chicken mixed vegetarian curry. or something. Chicken vegetarian curry. Rice, they're well cooked. Plating wise, I won't fill that much. Okay. You could make just in the mid section small rice, Right. and then you could put little bit your butter chicken, not like full butter chicken, Right. because plate should look good. Right. So if it's looking good, then Right. you feel like you should try Right. that. If Right. the plate looks like I don't want to say that, but it looks dirty. Okay. It's too much full. Right. Same thing for your nylon potatoes chips. You're right. Why your mom called nylon? Because it should be very thin. Right. You could not make that thin because you could not cut that thin. That's why they are not cooked inside. They are little undercooked. And another problem with those is the oil. See how much oil there? Right. Right. So why? Do you know why you have that much oil? Because probably I didn't have a chance to drain it properly and such, or maybe my oil temperature was too low. Yes. That's Yes. the thing. Your oil temperature was really low, Yeah. and you did not let the potatoes cook properly. Right. So that's why there's too much oil.
Right. Otherwise, I don't wanna, while commenting, I don't wanna say butter chicken. Okay. I would say something else. Something else chicken. Yeah, something else chicken. Right. It's not even close to butter chicken. Okay. But nice try. Thank you. Yeah, thank you. Thank you. Thank you. Let's rename it Farooq. Let's make it Farooq Special. How Okay. does that sound, right? I like it. We'll call it Farooq Special. Did you try the chicken? Did I what? Did you try the chicken? It's fully cooked or not? Are you sure? This one. I tried parts of the chicken that was fully cooked. Have a look. This piece special. Oh. It's about 80%, right? Oh. Boneless chicken, it takes a little longer. Oh. Oh. Your nylon chips, oily and undercooked, as Kamaji said. But when you deep fry it, obviously, as you know already, your Right. oil was low. So Yeah. keep it boiling hot. So Right. when it comes out, the oil disappears. Okay. That's the reason you see it. But taste okay. So for special, I'll just Okay. make it better. Okay? I will. I will. Thank you. Enjoy. Thank you. Farooq, Sorry. some things are better left untouched. You know, Okay. you tried to create a bird chicken with vegetables. Right. Now it's like it's no good for meat lovers, and it's Mhm. no good for Veggie lovers. soul vegetarians. You know. Okay. So, you thought you wanted to create this, and you know it might be good, but then you tried your attempt, but then it's not really working out. You know, the wedges and the Oh. butter chicken you thought, Right. Right. and the potato chips, they're too basic. You know, Right. competition style. You should have come up with something more unique. Oh. Both of the dishes are lacking salt. Oh. So seasoning, basically, mostly the salt is really important. Salt Right. helps to lift the taste of the food. Right. So that's why I always tell everyone, taste your food, taste your food. Oh. Once you've made it, even if you need to or have to taste it 3 times, Oh. do it and then taste and think, is everything okay? Do I need to add something more? And once you feel, yes, it's all right, and that's the time you know, okay, you know, it's good to my perfections or the style or taste you want. Right. Yeah. Okay. All right. Okay. Okay. Thank you. And, Well, thank you. Thank you, best of gentlemen. luck. Thank you. Thank you. हाँ जी अमन जी प्लीज अपनी डिश लेके आओ. ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ. ਵਾਹ ਜੀ ਵਾਹ, ਐਂ ਲੱਗਦਾ ਕਿ ਕਿਸੇ ਪੰਜਾਬੀ ਢਾਬੇ 'ਚ ਆਰਡਰ ਕੀਤਾ ਜਾ ਕੇ. ਬਿਲਕੁਲ ਸਰ ਦੇਸੀ ਪੂਰਾ ਦੇਸੀ ਸਟਾਈਲ ਆ ਦੇਸੀ ਪੰਜਾਬੀ ਆਈ ਲਾਈਕ ਇਟ ਰੋਡ ਸਾਈਡ ਢਾਬਾ ਹੁੰਦੇ ਆ. ਬਿਲਕੁਲ ਹਾਂਜੀ ਉਹ ਵਾਲਾ ਫੂਡ ਲੱਗ ਰਿਹਾ. ਹਾਂਜੀ ਕੀ ਬਣਾਇਆ ਤੁਸੀਂ ਅੱਜ? ਸਰ ਪਾਲਕ ਪਨੀਰ ਨਾਲ ਮਿੱਸੀ ਰੋਟੀ ਆ ਓਕੇ. ਤੇ ਫਰੈਸ਼ ਮੱਖਣੀ ਬਣਾਈ ਆ ਐਂਡ ਪੁਦੀਨੇ ਦੀ ਚਟਨੀ ਤੇ ਨਾਲ ਲੱਸੀ ਬਣਾਈ ਆ ਠੀਕ ਹੈ. ਲੱਸੀ 'ਚ ਕੋਈ ਸਪੈਸ਼ਲ ਲੱਸੀ ਹੈ ਜਾਂ? ਹਾਂਜੀ ਸਪੈਸ਼ਲ ਮੇਰੇ ਲਈ ਸਪੈਸ਼ਲ ਆ ਵੈਸੇ ਮੈਂ ਇਦਾਂ ਦੀ ਲਾਈਕ ਕਰਦੀ ਆ ਐਕਚੁਅਲੀ ਸਰ ਇਹਦੇ ਵਿੱਚ ਜਿਹੜਾ ਮੈਂ ਮਤਲਬ ਵਿਪਿੰਗ ਕਰੀਮ ਮਤਲਬ ਬਟਰ ਕੇ ਉਹ ਤੋਂ ਮੱਖਣ ਬਣਾਇਆ ਓਕੇ. ਜੋ ਬਾਅਦ ਵਿੱਚ ਮਿਲਕ ਬਚਿਆ ਸੀਗਾ ਨਾ ਉਹਦੇ ਵਿੱਚ ਥੋੜਾ ਦਹੀਂ ਐਡ ਕਰਕੇ ਫਿਰ ਬਲੈਕ ਪੈਪਰ ਬਲੈਕ ਸਾਲਟ ਤੇ ਰੋਸਟਡ ਕਰਕੇ ਜੀਰਾ ਪਾਊਡਰ ਐਡ ਕੀਤਾ ਲੱਸੀ ਦੇ ਵਿੱਚ ਬਟਰ ਮਿਲਕ ਐਂਡ ਦਹੀਂ ਦੀ ਲੱਸੀ. ਹਾਂਜੀ मैं फर्स्ट टाइम आज टेस्ट करूंगा दोनों ਨੂੰ ਮਿਕਸ ਕਰਕੇ. ਜਾਂ ਤਾਂ ਮੈਂ ਬਟਰ ਮਿਲਕ ਵਾਲੀ ਟੇਸਟ ਕੀਤੀ ਹੈ ਹਾਲੇ ਤੱਕ ਜਾਂ ਇਕੱਲੇ ਦਹੀਂ ਵਾਲੀ ਟੇਸਟ ਕੀਤੀ ਹੈ. ਦੋਨਾਂ ਨੂੰ ਮਿਕਸ ਕਰਕੇ ਨਹੀਂ ਕਰੀ ਮੈਂ. ਸਰ ਤੁਸੀਂ ਯਕੀਨਨ ਨਾ ਤੁਸੀਂ ਖੁਦ ਵੀ ਬਣਾ ਕੇ ਪੀਆ ਕਰੋਗੇ. लेट्स ट्राई. अमन जी, आपने यही क्यों सोचा आज बनाने का? ਸਰ ਐਕਚੁਅਲੀ ਮੈਨੂੰ ਜ਼ਿਆਦਾਤਰ ਪੰਜਾਬੀ ਫੂਡ ਬਾਰੇ ਪਤਾ ਮੈਂ ਬਾਕੀ ਹੋਰ ਫੂਡ ਮੈਂ ਘੱਟ ਟਰਾਈ ਕਰਦੀ ਹਾਂ. ਐਕਚੁਅਲੀ ਮੈਂ ਪੰਜਾਬੀ ਫੂਡ ਨੂੰ ਬਹੁਤ ਲਾਈਕ ਕਰਦੀ ਹਾਂ. ਹਾਂਜੀ. ਤੇ ਫਿਰ ਮੈਂ ਪੰਜਾਬੀ ਕਲਚਰ ਨੂੰ ਪ੍ਰੈਜ਼ੈਂਟ ਕਰਦਾ ਜੋ ਫੂਡ ਜੋ ਸਭ ਤੋਂ ਵਧੀਆ ਫਿਰ ਮੈਂ ਉਹੀ ਇਸ ਲਈ ਇਹ ਮੈਂ ਯੂਜ਼ ਕੀਤਾ. आप ये पहले से सोच के आए थे कि आज ये बनाएंगे या आपने यहाँ आके डिसाइड किया? ਸਰ ਮੈਂ ਵੈਸੇ ਮੈਂ ਸੋਚਿਆ ਸੀ ਵੀ ਕੁਝ ਵੀ ਹੋਇਆ ਨਾਲ ਕੁਝ ਐਡ ਕਰ ਦਾਂਗੇ ਬਟ ਪਰ ਫਿਰ ਦੇਖਿਆ ਕਿ ਪਨੀਰ ਹੈ ਸਭ ਹੈ ਫਿਰ ਇੰਗਰੀਡੀਐਂਟਸ ਤਾਂ ਯੂਜ਼ ਕਰੀਏ. ठीक है, चलिए टेस्ट कर देना.
ਪ੍ਰੈਜੈਂਟੇਸ਼ਨ ਵਾਈਜ਼ ਜਿਸ ਤਰ੍ਹਾਂ ਮੈਂ ਆਲਰੇਡੀ ਤੁਹਾਨੂੰ ਮੈਂਸ਼ਨ ਕੀਤਾ ਹੈ ਕਿ ਮਤਲਬ ਢਾਬਾ ਸਟਾਈਲ ਪਲੇਟ ਹੈਗੀ ਹੈ। ਹਾਂਜੀ ਮੱਕੀ ਦੀ ਰੋਟੀ ਠੀਕ ਹੈ, ਸੌਫਟ ਹੈ, ਹਾਲੇ ਤੱਕ ਠੰਡੀ ਹੋ ਕੇ ਵੀ ਸੌਫਟ ਹੈ, ਨਹੀਂ ਤਾਂ ਮੱਕੀ ਦੀ ਰੋਟੀ ਇਟਸ ਹਾਰਡ ਟੂ ਕੀਪ ਇਟ ਸੌਫਟ, ਨਹੀਂ ਤਾਂ ਇੰਨੀ ਦੇਰ ਦੇ ਵਿੱਚ ਠੰਡੀ ਹੋ ਕੇ ਪਾਪੜ ਬਣ ਜਾਂਦੇ। ਪਾਲਕ ਪਨੀਰ ਦੇ ਵਿੱਚ ਤੁਸੀਂ ਉੱਪਰੋਂ ਬਣਾਉਣ ਤੋਂ ਬਾਅਦ ਪਲੇਟ ਕਰਨ ਲੱਗੇ ਉੱਪਰ ਘਿਓ ਹੋਰ ਪਾਇਆ ਕਾਫੀ ਜ਼ਿਆਦਾ? ਹਾਂਜੀ ਸਰ, ਥੋੜਾ ਮਤਲਬ ਜਦੋਂ ਪਲੇਟਿੰਗ ਕੀਤੀ ਸੀ ਤਾਂ ਹਾਫ ਚਮਚ ਪਾਇਆ ਸੀ। ਤੁਸੀਂ ਜਿਹੜਾ ਉਹ ਉੱਪਰ ਦੀ ਘਿਓ ਪਾਤਾ ਨਾ, ਉਹਦੇ ਨਾਲ ਸਗੋਂ ਜਿਹੜਾ ਟੇਸਟ ਪਹਿਲਾਂ ਆ ਰਿਹਾ ਸੀ, ਮੈਂ ਪਹਿਲਾਂ ਟੇਸਟ ਕੀਤਾ ਸੀਗਾ, ਹਾਂਜੀ ਉਹ ਮੈਨੂੰ ਮੋਰ ਸਟਰੋਂਗ ਟੇਸਟ ਲੱਗਾ ਸੀ। ਹੁਣ ਜਦੋਂ ਤੁਸੀਂ ਉੱਪਰ ਹੋਰ ਘਿਓ ਪਾਤਾ ਤਾਂ ਉਹਦੇ ਨਾਲ ਉਹਦਾ ਟੇਸਟ ਥੋੜਾ ਘਟ ਗਿਆ। ਜੇ ਤੁਸੀਂ ਉੱਪਰ ਪਾਣਾ ਸੀ ਤਾਂ ਉਹਨੂੰ ਕੋਈ ਨਾ ਕੋਈ ਵਿੱਚ ਮਸਾਲਾ ਪਾ ਕੇ ਫਿਰ ਉੱਪਰ ਪਾਉਂਦੇ ਤੁਸੀਂ ਥੋੜਾ ਹੋਰ, ਨਹੀਂ ਤਾਂ ਮਤਲਬ ਥੋੜਾ ਮਿਰਚੀ ਪਾ ਦਿੰਦੇ ਵਿੱਚ, ਤਾਂ ਉਹਦੇ ਨਾਲ ਇੱਕ ਕਲਰ ਵੀ ਡਿਫਰੈਂਟ ਆ ਜਾਣਾ ਸੀਗਾ, ਲੁੱਕ ਵੀ ਉਹਦੀ ਡਿਫਰੈਂਟ ਹੋ ਜਾਣੀ ਸੀ, ਔਰ ਟੇਸਟ ਵੀ ਥੋੜਾ ਇੰਪਰੂਵ ਹੋਣਾ ਸੀ ਉਹਦੇ ਨਾਲ। ਚਟਨੀ ਜੇ ਮੈਂ ਐਜ਼ ਇਜ਼ ਖਾਵਾਂ ਤਾਂ ਮੈਨੂੰ ਥੋੜਾ ਜਿਹਾ ਸੌਲਟੀ ਲੱਗੀ, ਅਦਰਵਾਈਜ਼ ਟੇਸਟ ਵਾਈਜ਼ ਗੁੱਡ। ਜੇ ਮੈਂ ਰੋਟੀ ਦੇ ਨਾਲ ਇਹਨੂੰ ਚਟਨੀ ਖਾਣਾ ਹੈਗਾ ਤਾਂ ਫਿਰ ਠੀਕ ਹੈ। ਲੱਸੀ ਇਟਸ ਓਕੇ, ਇਟਸ ਨਾਟ ਕਿ ਮੈਂ ਬੋਲੋ ਜੇ ਕਹਾਂ ਕਿ ਮੈਂ ਬਹੁਤ ਮਿਸ ਕੀਤਾ ਹਾਲੇ ਤੱਕ ਦੋਨਾਂ ਨੂੰ ਮਿਕਸ ਕਰਕੇ, ਉਹੋ ਜਿਹੀ ਗੱਲ ਨਹੀਂ, ਪਰ ਅਦਰਵਾਈਜ਼ ਟੇਸਟ ਵਾਈਜ਼ ਗੁੱਡ। ਸਪਿਨਚ ਮੈਂ ਤੁਹਾਡਾ ਪਹਿਲਾਂ ਟੇਸਟ ਕੀਤਾ ਸੀ, ਇਟ ਵਾਜ਼ ਰੀਅਲੀ ਗੁੱਡ। ਘਿਓ ਪਾ ਕੇ ਤੁਸੀਂ ਥੋੜਾ ਜਿਹਾ ਉਹਦਾ ਟੇਸਟ ਕਰ ਲਿਆ। ਵੈਸੇ ਸਰ ਯੂਜ਼ਲੀ ਮੈਂ ਘਿਓ ਪਾ ਕੇ ਮਤਲਬ ਅਸੀਂ ਖਾਂਦੇ ਨਹੀਂ ਹਾਂ, ਪਰ ਉਹ ਤਾਂ ਮੈਂ ਵੈਸੇ ਹੀ ਮੈਨੂੰ ਲੱਗਿਆ ਕਿ ਥੋੜੀ ਟਾਈਮ ਬਹੁਤ ਹੋ ਗਿਆ ਸੀ ਪਲੇਟਿੰਗ ਕੀਤੀ ਨੂੰ, ਥੋੜੀ ਸ਼ਾਈਨਿੰਗ ਆ ਜਾਏਗੀ। ਨਹੀਂ, ਸ਼ਾਈਨ ਲੈ ਕੇ ਆਉਣ ਲਈ ਤੁਸੀਂ ਉੱਪਰੋਂ ਤੜਕਾ ਲਗਾ ਕੇ ਪਾ ਦਿੰਦੇ ਨਾ ਥੋੜਾ। ਸਰ ਫਿਰ ਉਹ ਜ਼ਿਆਦਾ ਹੋ ਜਾਣਾ ਸੀ ਕਿਉਂਕਿ ਮੈਂ ਨਾ ਦੇਸੀ ਘੀ ਦੇ ਵਿੱਚ ਹੀ ਕੁੱਕ ਕੀਤਾ ਸਭ। ਨਹੀਂ, ਦੇਸੀ ਘਿਓ ਦਾ ਹੀ ਤੜਕਾ ਲਗਾ ਦਿੰਦੇ ਨਾ ਉੱਪਰ, ਥੋੜਾ ਜਿਹਾ ਜੋ ਵੈਸੇ ਹੀ ਘਿਓ ਪਾਇਆ ਉਹਦੇ ਵੀ ਤੜਕਾ ਲਾ ਦਿੰਦੇ, ਓਕੇ ਸਰ, ਤਾਂ ਜ਼ਿਆਦਾ ਵਧੀਆ ਹੋਣਾ ਸੀ, ਥੋੜਾ ਫਲੇਵਰ ਆ ਜਾਣਾ ਸੀ ਆਇਲ ਦੇ ਵਿੱਚ, ਕਿਉਂਕਿ ਆਇਲ ਜਿਹੜਾ ਹੁੰਦਾ ਵਾਟਰ ਕੋਈ ਵੀ ਫਲੇਵਰ ਨਹੀਂ ਰਿਟੇਨ ਕਰਦਾ, ਉਹਦੇ 'ਚ ਕੁਝ ਵੀ ਆਪਾਂ ਮਿਕਸ ਫਲੇਵਰ ਨਹੀਂ ਕਰ ਸਕਦੇ, ਸਿਰਫ ਆਇਲ ਦੇ ਵਿੱਚ ਹੀ ਕਰ ਸਕਦੇ ਹਾਂ। ਸੋ ਆਇਲ ਦੇ ਵਿੱਚ ਜੇ ਤੁਸੀਂ ਕੋਈ ਵੀ ਮਸਾਲਾ ਪਾ ਕੇ ਈਵਨ ਥੋੜਾ ਜਿਹਾ ਗਾਰਲਿਕ ਵੀ ਪਾ ਦਿੰਦੇ ਤਾਂ ਉਹਦੇ ਨਾਲ ਜਿਹੜਾ ਉੱਪਰ ਆਇਲ ਵੈਸੇ ਹੀ ਹੁਣ ਕੱਲਾ ਆਇਲ ਦਾ ਹੀ ਟੇਸਟ ਆ ਰਿਹਾ, ਤਾਂ ਉਹ ਫਿਰ ਉਹ ਵਾਲਾ ਫਲੇਵਰ ਆਣਾ ਸੀ, ਜਿਵੇਂ ਬਰਨਟ ਗਾਰਲਿਕ ਹੁੰਦਾ ਨਾਲ ਥੋੜਾ ਜਿਹਾ, ਹਾਂਜੀ ਸਰ, ਜਾਂ ਥੋੜਾ ਤੁਸੀਂ ਵਿੱਚ ਕੋਈ ਮਸਾਲਾ ਪਾ ਦਿੰਦੇ, ਮਿਰਚ ਪਾ ਦਿੰਦੇ, ਤਾਂ ਉਹਦੇ ਨਾਲ ਫਿਰ ਉਹਨੇ ਓਵਰਪਾਵਰ ਕਰਨਾ ਸੀ। ਹਾਂਜੀ ਸਰ, ਪਹਿਲਾਂ ਮੈਂ ਵੀ ਟੇਸਟ ਕੀਤਾ ਸੀਗਾ ਜਦ ਵਧੀਆ ਸੀ, ਫਿਰ ਮੈਨੂੰ ਲੱਗਿਆ ਬਹੁਤ ਟਾਈਮ ਹੋ ਗਿਆ ਮੇਰੀ ਪਲੇਟਿੰਗ ਤੇ ਥੋੜੀ ਸ਼ਾਈਨਿੰਗ ਆ ਜੂਗੀ, ਕਿਉਂਕਿ ਥੋੜਾ ਪਾਲਕ ਪਨੀਰ ਤੁਹਾਨੂੰ ਵੀ ਲੱਗਦਾ ਨਾ ਜਦੋਂ ਥੋੜੀ ਦੇਰ ਪਿਆ ਰਵੇ ਤਾਂ ਇਹ ਥੋੜਾ ਅਜੀਬ ਹੋ ਜਾਂਦਾ, ਜਿੰਨੀ ਦੇਰ ਹੌਟ ਆ ਤਾਂ ਚੰਗਾ ਲੱਗਦਾ ਵਾ। ਸੈਕਿੰਡ ਚੀਜ਼ ਟੈਕਸਚਰ ਵਾਈਜ਼ ਪਾਲਕ ਪਨੀਰ ਇੱਕ ਤਾਂ ਬਣਦਾ ਹੈ ਕਿ ਟੈਕਸਚਰ ਇਸ ਤਰ੍ਹਾਂ ਹੀ ਹੁੰਦਾ ਕਰੰਬਲੀ ਥੋੜਾ, ਇੱਕ ਹੁੰਦਾ ਬਿਲਕੁਲ ਸਮੂਥ। ਤੁਸੀਂ ਕਿਹੜਾ ਬਣਾਉਣਾ ਚਾਹੁੰਦੇ ਸੀ, ਸਮੂਥ ਕਿ ਕਰੰਬਲੀ? ਇਹ ਵਾਲਾ ਹੀ ਸਰ, ਇਹ ਵਾਲਾ ਬਣਾਉਣਾ ਚਾਹੁੰਦੇ ਜੀ ਸਰ। ਐਕਚੁਅਲੀ ਸਰ ਇਹਦੇ ਵਿੱਚ ਕੁਝ ਵੀ ਮਤਲਬ ਸਪਾਈਸ ਐਡ ਨਹੀਂ ਕੀਤਾ ਹੋਇਆ ਮੈਂ, ਮਤਲਬ ਕੋਈ ਡੱਬੀ ਵਾਲਾ ਜਾਂ ਕੋਈ ਹੋਰ, ਮੇਰੇ ਆਪਣੇ ਹੀ ਨੇ ਸਾਰੇ ਸਪਾਈਸਿਸ, ਜਿੱਦਾਂ ਸਾਬਤ ਮਸਾਲੇ ਰੋਸਟ ਕਰਕੇ ਉਹ ਪਾਏ ਹੋਏ ਆ, ਜੀਰਾ ਰੋਸਟ ਕਰਿਆ ਹੋਇਆ, ਦੈਟਸ ਇਟ। ਮਤਲਬ ਇਦਾਂ ਨਹੀਂ ਹੈਗਾ ਕਿ ਕੁਝ ਸਪੈਸ਼ਲ ਕੋਈ ਬਾਜ਼ਾਰ ਦਾ ਕੋਈ ਮਾਰਕੀਟ ਤੋਂ ਖਰੀਦ ਕੇ ਕੁਝ ਪਾਇਆ ਹੋਇਆ ਇਹਦੇ ਵਿੱਚ, ਕਿਸੇ ਵੀ ਚੀਜ਼ ਦੇ ਵਿੱਚ ਨਹੀਂ, ਕੁਝ ਵੀ ਇਦਾਂ ਨਹੀਂ ਮੇਰਾ। ਠੀਕ ਹੈ। ਤੇ ਇਹ ਟੋਫੂ ਜਿਹੜਾ ਤੁਸੀਂ ਸੈਲਡ ਦੇ ਵਿੱਚ ਰੱਖਿਆ, ਇਹ ਟੋਫੂ ਆ ਸਰ। ਟੋਫੂ ਕਿਉਂ ਰੱਖਤਾ ਵਿੱਚ? ਸਰ ਮੈਨੂੰ ਖੁਦ ਨੂੰ ਵੀ ਵਧੀਆ ਪਨੀਰ, ਪਾਲਕ ਪਨੀਰ ਦੀ ਸਬਜ਼ੀ, ਲਾਈਕ ਇਹਨੂੰ ਆਪਾਂ ਸਾਈਡ ਡਿਸ਼ ਵੀ ਕਹਿ ਸਕਦੇ ਹਾਂ ਨਾ, ਲਾਈਕ ਕਿ ਅਗਰ ਕਿਸੇ ਨੂੰ ਇਹ ਨਹੀਂ ਪਸੰਦ ਆ ਰਿਹਾ ਪ੍ਰੈਜੈਂਟੇਸ਼ਨ ਦੇ ਲਈ, ਜਾਂ ਜਿੱਦਾਂ ਕਹਿ ਲਓ ਕਿ ਕੋਈ ਗੈਸਟ ਆਇਆ ਤਾਂ ਸੈਲਡ ਵੀ ਖਾ ਸਕਦਾ ਬੰਦਾ। ਮੈਨੂੰ ਇਸ ਤਰ੍ਹਾਂ ਲੱਗਿਆ ਵੀ ਤੁਹਾਡੇ ਕੋਲ ਟੋਫੂ ਪਿਆ ਸੀ ਐਕਸਟਰਾ, ਤੁਸੀਂ ਕਿਹਾ ਚਲੋ ਇਹ 'ਚ ਹੀ ਪਾ ਦਈਏ। ਸਰ ਵੈਸੇ ਮੇਰਾ ਟੋਫੂ ਰੱਖਿਆ ਸੀਗਾ ਕੁਝ ਬਣਾਉਣ ਦੇ ਲਈ, ਬਟ ਪਰ ਫਿਰ ਮੈਨੂੰ ਲੱਗਿਆ ਕਿ ਐਕਚੁਅਲੀ ਮੈਂ ਸ਼ਿਮਲਾ ਮਿਰਚ ਦੇ ਨਾਲ ਐਡ ਕਰਨਾ ਸੀ, ਸ਼ਿਮਲਾ ਮਿਰਚ ਹੈ ਨਹੀਂ ਸੀ, ਤਾਂ ਫਿਰ ਮੈਂ ਸੋਚਿਆ ਵੀ ਚਲੋ ਇੱਦਾਂ ਰੱਖ ਦਿੰਦੇ ਹਾਂ ਥੋੜਾ। ਆਈ ਲਾਈਕ ਯੂਰ ਓਨੈਸਟੀ। ਸਰ ਮੈਂ ਕਦੇ ਜ਼ਿੰਦਗੀ 'ਚ ਝੂਠ ਨਹੀਂ ਬੋਲਦੀ। ਨਹੀਂ, ਮੈਂ ਤਾਂ ਹੀ ਕਿਹਾ, ਮੈਂ ਐਪਰੀਸ਼ੀਏਟ ਉਸ ਚੀਜ਼ ਨੂੰ ਕੀਤਾ ਕਿ ਆਈ ਲਾਈਕ ਯੂਰ ਓਨੈਸਟੀ। ਥੈਂਕ ਯੂ ਸਰ। ਥੈਂਕ ਯੂ, ਥੈਂਕ ਯੂ। ਬਾਕੀ ਸਰ ਜਿਹੜੀ ਮਤਲਬ ਮੱਖਣੀ ਹੈ ਇਹ ਵੀ ਮੈਂ ਹੁਣੇ ਬਣਾਈ ਸੀ, ਲਾਈਕ ਲੱਸੀ ਵੀ ਨਾਲ ਦੀ ਨਾਲ ਹੁਣੇ ਹੀ ਬਣਾਈ ਸੀ, ਫਰੈਸ਼ ਆ। ਹਾਂਜੀ, ਲੱਸੀ ਟਰਾਈ ਤੁਸੀਂ ਕੀਤੀ ਸੀ ਆਪ? ਹਾਂਜੀ ਕੀਤੀ ਸੀ। ਇਹ 'ਚ ਖਟਾਸ ਬਿਲਕੁਲ ਨਹੀਂ ਸਰ, ਇਹ ਜਿਹੜੀ ਬਟਰ ਮਿਲਕ ਦੇ ਵਿੱਚ ਐਡ ਕਰਦੇ ਆ ਉਹ ਖੱਟੀ ਨਹੀਂ ਹੁੰਦੀ, ਉਹ ਲਾਈਕ
ਨਾ ਉਹ ਮਤਲਬ ਮਿੱਠੀ ਵੀ ਨਹੀਂ ਹੁੰਦੀ ਤੇ ਉਹ ਥੋੜੀ ਐਦਾਂ ਹੁੰਦੀ ਆ ਜਿੱਦਾਂ ਆਪਾਂ ਕਿਸੇ ਕੱਚੇ ਦੁੱਧ ਤੋਂ ਨਹੀਂ ਬਣਾਉਂਦੇ। ਕੱਚੀ ਲੱਸੀ ਜ਼ਿਆਦਾ ਲੱਗਦੀ ਹੈ ਯਾ ਦੂਜੀ ਲੱਸੀ ਨਹੀਂ। ਖੱਟੀ ਨਹੀਂ ਬਣਾਈ ਸਰ ਮੈਂ ਇਹ, ਮੈਂ ਦਹੀਂ ਵੈਸੇ ਐਡ ਕੀਤਾ ਸੀਗਾ ਥੋੜਾ ਇਹਨੂੰ ਗਾੜਾ ਕਰਨ ਦੇ ਲਈ, ਮਤਲਬ ਐਦਾਂ ਨਹੀਂ ਹੈ ਕਿਉਂਕਿ ਫਿਰ ਜਦੋਂ ਇਹਦੇ ਚੋਂ ਮੱਖਣੀ ਨਿਕਲ ਗਈ ਸੀ ਤਾਂ ਫਿਰ ਇਹ ਪਤਲਾ ਰਹਿ ਗਿਆ ਸੀ। ਛਾਛ ਜਿਹਨੂੰ ਕਹਿੰਦੇ ਨੇ। ਇਹ ਵਾਲੀ ਜਿਹੜੀ ਤੁਸੀਂ ਕਹਿੰਦੇ ਨਾ ਬਟਰ ਮਿਲਕ, ਇਹਦਾ ਫਲੇਵਰ ਜਿਸ ਤਰ੍ਹਾਂ ਭਾਜੀ ਕਹਿ ਰਹੇ ਹੈ ਥੋੜਾ ਖਟਾਸ ਨਹੀਂ ਹੈ, ਉਹ ਖਟਾਸ ਵਾਲੀ ਜਿਹੜੀ ਲੱਸੀ ਬਣਦੀ ਹੈ ਇਹ ਬਟਰ ਮਿਲਕ, ਉਹ ਕੀ ਹੁੰਦਾ ਕਿ ਹੁਣ ਜਿਵੇਂ ਤੁਸੀਂ ਸਿੱਧਾ ਕਰੀਮ ਤੋਂ ਸਿੱਧਾ ਬਣਾ ਲਿਆ ਹੈ ਨਾ। ਹਾਂਜੀ। ਅਸਲ ਦੇ ਵਿੱਚ ਕੀ ਹੁੰਦਾ ਕਿ ਕਰੀਮ ਜਿਵੇਂ ਆਪਾਂ ਦਹੀਂ ਜਮਾਨੇ ਆ, ਹਾਂਜੀ, ਉਵੇਂ ਕਰੀਮ ਨੂੰ ਬੋਇਲ ਕਰਕੇ ਉਹਨੂੰ ਜਮਾਣਾ ਹੁੰਦਾ, ਉਹ ਦਹੀਂ ਦੇ ਮਤਲਬ ਥਿਕ ਦਹੀਂ ਬਣ ਜਾਂਦਾ। ਫਿਰ ਤੁਸੀਂ ਉਸ ਤੋਂ ਜਦੋਂ ਬਟਰ ਕੱਢਦੇ ਆ, ਉਹ ਜਿਹੜੀ ਲੱਸੀ ਹੁੰਦੀ ਹੈ ਉਹ ਲੱਸੀ ਖਟਾਸ ਵਾਲੀ ਹੁੰਦੀ ਹੈ। ਹਾਂਜੀ, ਉਹ ਉਹਦੀ ਗੱਲ ਕਰ ਰਹੇ ਹੈਗੇ ਭਾਜੀ। ਹਾਂ ਇਹ ਉਹ ਲੱਸੀ ਨਹੀਂ ਹੈ ਸਰ ਇਹ, ਕਿਉਂਕਿ ਉਹਦਾ ਵਾਲਾ ਟੇਸਟ ਹੀ ਨਹੀਂ ਆਉਂਦਾ ਇੱਥੇ। ਜਿੱਦਾਂ ਇੱਥੇ ਜਦੋਂ ਤੁਸੀਂ ਬੋਇਲ ਕਰਦੇ ਹੋ ਜਾਂ ਕਰੀਮ ਨੂੰ ਵੀ ਬੋਇਲ ਕਰਦੇ ਹੋ ਤਾਂ ਉਦਾਂ ਦੀ ਮੱਖਣੀ ਬਣਦੀ ਨਹੀਂ ਹੈ। ਮੈਂ ਤਾਂ ਵੈਸੇ ਇਦਾਂ ਦੀ ਹੀ ਬਣਾਉਂਦੀ ਆ। ਤੇ ਉਦਾਂ ਦੀ ਤਾਂ ਬਣੇਗੀ ਨਾ ਜੇ ਤੁਸੀਂ ਉਹ ਦਹੀਂ ਜਮਾ ਕੇ ਕਰੋਗੇ। ਦਹੀਂ ਤਾਂ ਸਰ ਮੈਂ ਜਮਾਉਂਦੀ ਆ ਘਰ। ਨਹੀਂ ਦਹੀਂ ਨਹੀਂ, whipped cream ਦਾ ਦਹੀਂ ਜਮਾਓਗੇ। ਓਕੇ, whipped cream ਨੂੰ ਬੋਇਲ Next time ਕਰਕੇ I will try ਉਹਦਾ this ਦਹੀਂ one. ਜਮਾ ਕੇ ਫਿਰ ਉਸ ਤੋਂ ਬਟਰ ਬਣਾਓਗੇ ਤਾਂ ਉਹੀ ਉਹ ਤੁਹਾਡੀ ਇੰਡੀਆ ਵਰਗੀ ਲੱਸੀ ਜਿਹੜੀ ਹੁੰਦੀ ਆ ਉਹ ਵਾਲੀ ਬਣੇਗੀ, ਥੋੜਾ ਖੱਟੀ ਹੋਏਗੀ। ਓਕੇ, ਪਰ ਸਰ ਮੈਂ ਗ੍ਰੀਕ ਯੋਗਰਟ ਬਣਾ ਲੈਂਦੀ ਹੁੰਦੀ ਆ ਘਰ, ਮਤਲਬ ਉਹ ਦੁੱਧ ਲਿਆ ਕੇ ਤੇ ਫਿਰ ਉਹ ਕੋਈ ਉਹਦੀ ਮੈਂ ਮਤਲਬ ਇਦਾਂ ਲੱਸੀ ਨਹੀਂ ਬਣਾਉਂਦੀ, ਮੈਂ ਇਦਾਂ ਹੀ ਬਣਾ ਲੈਂਦੀ ਆ। ਮਤਲਬ ਮੈਂ ਇਹਨੂੰ ਡੋਲਦੀ ਨਹੀਂ, ਮਤਲਬ ਵੇਸਟੇਜ ਨੂੰ ਮੈਂ ਯੂਜ਼ ਕਰਦੀ ਹਾਂ। That's good. अमन जी, मक्के की रोटी काफ़ी अच्छी है। थैंक यू सर, थैंक यू सो मच। अभी तक सॉफ्ट है। काफ़ी लोग अच्छी नहीं बना पाते हैं, स्ट्रगल करते हैं, इसके लिए स्किल्स चाहिए। दैट्स गुड। आपने फ्रेश मक्खन बनाया, बढ़िया। चटनी में हल्का सा सॉल्ट ज़्यादा है, पालक पनीर ओके है, बट ओवरऑल आई विल कॉल दिस अ परफेक्ट मील टू बी सिटिंग एट होम, एनीथिंग है। आपने दिस इज अ परफेक्ट मील टू हैव इट एट होम। यस सर, और वो उस हिसाब से बहुत बढ़िया है। थैंक यू सर, और थैंक आपने यू। ये नहीं सोचा कि मैं कंपटीशन के लिए बना रही हूँ तो कुछ डिफरेंट करूँ, या जो मैं घर पे बनाती हूँ नहीं वही सर, मैं वहाँ बना दूँ। मेरा किसी ਦੇ ਨਾਲ ਵੀ ਕੋਈ ਕੰਪੀਟੀਸ਼ਨ ਨਹੀਂ ਸੀ, ਬਿਕਾਜ਼ ਆਈ ਨੋ ਆਈ ਐਮ ਦਾ ਬੈਸਟ। ਮੈਨੂੰ ਸਰ ਇਹ ਪਤਾ ਹੈ ਕਿ ਮੇਰੀ ਫੈਮਿਲੀ ਜਾਂ ਜਿਹੜਾ ਵੀ ਖਾ ਰਿਹਾ ਬੰਦਾ, ਉਹਦੀ ਹੈਲਥ ਦੇ ਲਈ ਹੈਲਥ ਨਾਲ ਕੋਈ ਕੰਪਰੋਮਾਈਜ਼ ਨਹੀਂ। ਲਾਈਕ ਤੁਸੀਂ साड़ी हेल्थ नाल कॉम्प्रोमाइज, ਤੁਹਾਡੀ ਹੈਲਥ ਨਾਲ ਵੀ ਕੋਈ ਕੰਪਰੋਮਾਈਜ਼ ਨਹੀਂ। आपने ਦੇਖੋ बोला ऊपर से और देसी घी पाया, ਉਹ ਥੋੜਾ ਜਿਹਾ ਸ਼ਾਈਨਿੰਗ ਲਈ ਪਾਇਆ ਸੀ। ਐਦਾਂ ਹੈਲਥ ਨਾਲ ਕੋਈ ਕੰਪਰੋਮਾਈਜ਼ ਨਹੀਂ। ਲਾਈਕ ਵੈਸੇ ਹਾਂ ਐਦਾਂ ਵੀ ਹੈ ਕਿ ਮੈਂ ਸ਼ਾਇਦ ਦੇਸੀ ਘੀ ਹੀ ਯੂਜ਼ ਕੀਤਾ ਬਣਾਉਣ ਦੇ ਲਈ। ਮੈਂ ਘਰ ਵੀ ਦੇਸੀ ਘੀ ਯੂਜ਼ ਕਰਦੀ ਹਾਂ, ਜਾਂ ਫਿਰ ਮੈਂ ਮਤਲਬ ਸਰੋਂ ਦਾ ਤੇਲ ਮਸਟਰਡ ਆਇਲ ਯੂਜ਼ ਕਰਦੀ ਹਾਂ। ਤਾਂ ਕੁਕਿੰਗ ਆਇਲ ਮੈਂ ਯੂਜ਼ ਨਹੀਂ ਕਰਦੀ, ਇਸ ਲਈ ਮੈਂ ਲਿਆ ਨਹੀਂ ਕੁਕਿੰਗ ਆਇਲ। ਮਸਟਰਡ ਆਇਲ ਹੈ ਨਹੀਂ ਸੀਗਾ ਤਾਂ ਫਿਰ ਮੈਨੂੰ ਦੇਸੀ ਘਿਓ ਲੈਣਾ ਪਿਆ। ਥੈਂਕ ਯੂ ਸੋ ਮਚ। थैंक यू, बेस्ट ऑफ लक। ਥੈਂਕ ਯੂ ਸਰ, ਥੈਂਕ ਯੂ ਸੋ ਮਚ। हार्दिका, Hello. आप बताएंगे आपने आज क्या बनाया है फिर? जो उधर वाला है वो मैंने नाम दिया है अपनी ओर से, लाइक बैलेंस एंड बाइट। बैलेंस एंड बाइट, बैलेंस एंड बाइट। बैलेंस एंड बाइट इन देसी ट्विस्ट, दिस इज द नेम जो मैंने दिया है उस वाली डिश को। और ये तो है ही पंजाबी। बैलेंस एंड बाइट इन देसी ट्विस्ट। या देसी ट्विस्ट इसलिए है, ये तो किसी गाने का नाम लग रहा है। या इट्स इनोवेशन या। सो देसी ट्विस्ट इसलिए दिया है क्योंकि मैंने जो, अगर आप देखोगे राइस देसी है, ठीक है, कीमा गोभी देसी है, ठीक है, तो बस इसको मैंने जो प्रेजेंटेशन वाइज है, इफ़ यू सी, मैंने उसको लाइक थोड़ा वेस्टर्न स्टाइल में या थोड़ा इनोवेटिव स्टाइल में आप कह सकते हो कि उसको मैंने 3 चीज़ों के एक में ही डाला है। सो इसलिए मैंने इसका नाम दिया बैलेंस एंड बाइट। बाइट जो पीनट्स हैं तो उस वजह से। और ये तो लच्छा परांठा एंड पनीर बटर मसाला। और ये क्या है? ओके, ये है क्रीमी योगर्ट। इसमें मैंने जो खीरा है, खीरा को ग्रेट करके कद्दूकस करके डाला है, और थोड़ी सी योगर्ट में क्रीम डाली है, और लास्ट में मैंने छोंक डाला है साउथ टच देने के लिए। जस्ट वैसे ही मेरे माइंड में आया, राई और कड़ी पत्ता। So it's basically a creamy yogurt. यस, बिकॉज मैंने क्रीम डाली है। अच्छा, क्रीमी क्यूकम्बर योगर्ट बोल सकते हो। cucumber रायता बोल दूं?
हाँ रायता बोल सकते हो, वैसे मैंने सोचा रायता ही था, निकल कुछ और गया, योगर्ट निकल गई। या तो आप प्लान करके आए थे यही बनाएंगे आज? हाँ, मैंने प्लान और भी किया था, मतलब मैं एयर फ्रायर भी लेके आई थी बट मैंने वो नहीं बना पाई। तो फिर जैसे ये लच्छा पराठा है, मैंने सोचा अगर टाइम मिलेगा तो रखूँगी, नहीं मिलेगा तो नहीं। तो इसीलिए मैंने वो पहले प्लेटिंग कर ली अपनी वो चीज़ों की। मेरे पास 4 मिनट थे, 4 मिनट में मैंने लच्छा पराठा बना दिया। तो आई डोंट नो बाकी कैसा है। लेट्स टेस्ट एंड सी। Hardika ji, the paratha for me is spot on. बहुत अच्छा है. Thank you. The paneer is okay. It's tasting okay to me. रायता में वो राई का ट्विस्ट वो भी अच्छा है. क्या नाम बताया था आपने, फिर से बताएं? बैलेंस एंड बाइट इन देसी ट्विस्ट। मुझे ऐसे लग रहा है कि आप कुछ बनाना चाहते थे और आपको समझ नहीं आ रहा था, तो आपने 4-5 चीजें इकट्ठी करी और एक नाम आज ही क्रिएट कर हाँ, मैंने आज ही क्रिएट किया है। बीइंग वेरी ऑनेस्ट, मैंने आज ही क्रिएट करा है क्योंकि पीनट्स में सच में बाइट आती है, तो इस वजह मैंने उसका नाम बाइट रख दिया। और लाइक बैलेंस इसलिए रखा कि कहीं ना कहीं कार्ब्स हैं, प्रोटीन है, सब कुछ है, तो इसी वजह से मैंने बैलेंस रखा। तो मैंने उस हिसाब से सोचा। आपने भी वही किया, 4 चीजें बनाई। rather stick to 2 or 3 at the max and आप उसमें अपना बेस्ट बनाने की कोशिश करो, या जो भी कुछ टैलेंट दिखाना है, अपनी कुकिंग स्किल्स दिखानी है या आइडियाज दिखाने हैं, बजाय कि आपका ध्यान 4 डिफरेंट डिशेस पे जा रहा है। और अभी आप बता रहे थे कि आप अभी एक और बनाने की कोशिश कर रहे थे, क्योंकि मुझे था कि वो मैंने जो पनीर वाला बनाया उसके साथ मदर इन लॉ प्लान करके आए थे कि 5-5 बनानी ही है। नहीं मेरा तो थोड़ा नहीं ऐसा कुछ नहीं है। मैं तो ऑफिस में थी। 5-5 वाले कंपटीशन में तो वो जीत गई क्योंकि उन्होंने 5 बनाई। नहीं ऐसा नहीं, ऐसा कुछ नहीं है। वैसे अगर आप देखोगे तो मेरी और उनकी वैसे डिश काफी डिफरेंट है। हाँ, बट मैं पहले भी यही कह रहा था कि इट्स नॉट इम्पोर्टेंट कि 4 बनानी है 5 बनानी है। जजेस के लिए भी मुश्किल हो जाता है 5 डिशेस को टेस्ट करना। Got it. जो कि एक ही कैंडिडेट ने बनाई है। रादर आप 2 या 3 भी मैक्स बोल रहा हूँ, पूरी कंसंट्रेशन, पूरे आइडियाज और पूरा टाइम उन 2 या 3 में लगाओ एंड मेक द बेस्ट आउट ऑफ इट। अब ये डिश मेरे को भी समझ नहीं आ रही, इसमें बहुत कुछ चल रहा है, पीनट भी है, राइस भी है। इट्स ओवरऑल इसमें कुछ भी खराब टेस्ट नहीं कर रहा है, सब कुछ ठीक है। राइस आर परफेक्टली गुड। यस, पीनट हैव अ बाइट। इधर वाला पार्ट मेरे को थोड़ा समझ नहीं आ रहा। कौन सा, लेफ्ट वाला? यस। कीमा गोभी है ना, तो कुछ मुझे सूखा रखना था रिंग में डालने के लिए, तो इसी वजह से मैंने वो रखा। पनीर मैं रख नहीं सकती थी, रीजन भी मुझे वही बनाना था, इस वजह से। तो मेरे पास ये ऑप्शन थी। नाइस ट्राई। थैंक यू। आई विल स्टार्ट विद द बेस्ट थिंग, लच्छा पराठा। थैंक यू। वेरी डिलीशियस। थैंक यू। वेरी वेल कुक्ड। थैंक यू। कोई बिल्कुल कोई ये नहीं लग रहा कि बहुत विच क्यों है या कोई ऑयली नहीं, कुछ नहीं, मतलब इट्स दैट्स व्हाट इट शुड बी। थैंक यू। राइस वेरी वेल कुक्ड। थैंक यू। नाइस थॉट, बट जब मिड वाला सेक्शन है ना, थोड़ा इसनों ਆਪਾਂ हैवी ਕਰਨ ਦੀ ਬਜਾਏ ਥੋੜਾ ਮੋਰ ਰਿਫਰੈਸ਼ਿੰਗ ਕਰ ਸਕਦੇ ਸੀ। ਜੇ ਤੁਸੀਂ ਪੀਨਟ ਗੁੱਡ ਆਈਡੀਆ, ਬਟ ਪੀਨਟ ਥੋੜੀਆਂ ਘੱਟ ਹੁੰਦੀਆਂ, ਸੈਲਡ ਵੱਧ ਹੁੰਦਾ। ਗॉट ਇਟ। तो जिस तरह तुसी कुकम्बर वगैरह पाया विच थोड़ा मिला था प्याज भी पाया है ना? नहीं, दही नहीं पाया, प्याज पाया। विच आ वाइट की है नहीं है, ऊपर कुछ है ग्रेवी टाइप। आ देख, वैसे पाया ही नहीं सीगा, लग नहीं रहा कुछ है, कुछ ना कुछ है, योगर्ट या क्रीम। वैसे मैंने स्पून में सेम शायद यूज कर लिया होगा, इस वजह ना थोड़ा जाएगा, अदरवाइज मैं पाया नहीं। हाँ, तो ये इट कुड बी बेटर देन दैट, बट गुड थॉट। थैंक यू। सैलड मोर होके पीनट थोड़े कटा दूंगा मैं। हाँ, मैं समझ लगी, मैंने भी लग रहा सी। यस। तो ਜਿਹੜਾ ਤੁਸੀਂ ਆ ਰਾਇਤਾ ਬਣਾਇਆ, ਕਰੀਮ ਰਾਇਤਾ, ਐਸ ਅੰਸ਼ੁਲ ਜੀ ਸੈਟ ਕੀ ਜੋ ਉੱਪਰ ਤੁਸੀਂ ਤੜਕਾ ਲਗਾਇਆ, ਉਹਦੇ ਨਾਲ ਮਤਲਬ ਇੱਕ
एक डिफरेंट लेवल ते चला गया फ्लेवर इस थैंक यू। नॉट जस्ट अ सिंपल रायता। थोड़ा बटर पनीर जो है इट्स लिटिल बिट मोर लाइक ऑयली और थोड़ा जिहा स्वीट हो गया, थोड़ा शुगर जो आप इन्नी क्रीम और बटर पाना सी तो शुगर ਜ਼ਰੂਰਤ ਨਹੀਂ ਸੀ, ਬਿਲਕੁਲ ਅਸੀਂ ਟੱਚ ਹੀ ਕੀਤੀ ਸੀ ਮੈਂ। ਹਾਂਜੀ, ਕਿਉਂਕਿ ਕਰੀਮ ਔਰ ਬਟਰ ਦੇ ਵਿੱਚ ਹੀ ਬਹੁਤ ਸ਼ੂਗਰ ਹੁੰਦੀ ਹੈ, ਉਹ ਜਦੋਂ ਤੁਸੀਂ ਪਾਤੀ ਸੀ ਤਾਂ ਆਪਣੇ ਆਪ ਹੀ ਮਿੱਠਾ ਹੋ ਜਾਂਦਾ। ਜੇ ਆਪਾਂ ਅਲੱਗ ਤੋਂ ਹੋਰ ਸ਼ੂਗਰ ਪਾਉਂਦੇ ਹਾਂ ਤਾਂ ਥੋੜਾ ਉਹ ਫਿਰ ਸਮਝ ਗਈ, ਜ਼ਿਆਦਾ ਸਵੀਟ ਵਾਲੇ ਪਾਸੇ ਚਲਾ ਜਾਂਦਾ। ਅਦਰਵਾਈਜ਼ ਟੇਸਟ ਵਾਈਜ਼ ਇਟਸ ਗੁੱਡ। ਥੈਂਕ ਯੂ। ਗੁੱਡ ਟਰਾਈ। ਥੈਂਕ ਯੂ। ਥੈਂਕ ਯੂ। ਥੈਂਕ ਯੂ। And Aniji, lachha paratha bang on. Thank you. Raita number 1. Thank you. Rice, peanut, and you said gobi, right? Cauliflower rice भी बोल सकते, कीमा गोभी। Keema gobi. Yes. As a nutrition point of view, it's good, right? Just itself, it should be enough. You shouldn't even make anything else. But since you have made, what you name this? Paneer butter masala. Paneer butter masala. Tastes like it's cream paneer. Masala, when you name masala, when you try it, it should explode in your mouth like with different taste, right? Yeah. It's kind of below the taste. So I would say cream paneer rather than masala paneer. So Okay. maybe next time when you try, put some more flavor to it. Yeah. But other than that, it's a balanced approach. Very nice. Thank you. Thank you. Thank you. Thank you. ਲੋ ਜਿਵੇਂ ਤੁਸੀਂ ਅੱਜ ਦੇਖਿਆ ਸਾਡਾ ਜਿਹੜਾ ਰਾਊਂਡ ਸੀ ਇਹ ਸੈਮੀਫਾਈਨਲ ਰਾਊਂਡ ਬਹੁਤ ਵਧੀਆ ਰਿਹਾ ਔਰ ਅਸੀਂ ਦੇਖਿਆ ਕਿ ਜਿਹੜੇ ਸਾਡੇ ਜੱਜਸ ਨੇ ਇਹ ਗੁਣੀ ਜੱਜਸ ਥੋੜੇ ਸਟ੍ਰਿਕਟ ਵੀ ਰਹੇ ਪਰ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਨੇ ਇਹ ਦੱਸਿਆ। ਜਿੱਥੇ ਬਿਹਾਈਂਡ ਦਾ ਸੀਨ ਮੇਰੀ ਕੰਟੈਸਟੈਂਟਸ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਪਰ ਇਹ ਜਿਹੜੇ ਰਿਜ਼ਲਟਸ ਨੇ ਹਜੇ ਰਿਜ਼ਲਟ ਆਊਟ ਨਹੀਂ ਹੋ ਰਹੇ, ਮਾਰਕਸ ਦਿੱਤੇ ਗਏ ਨੇ, ਰਿਮਾਰਕਸ ਦਿੱਤੇ ਗਏ ਨੇ, ਇਹਦੇ ਉੱਪਰ ਬਹੁਤ ਕੰਮ ਹੋਣਾ ਹੈ ਜੀ। ਔਰ ਜਿਹੜੇ ਫਾਈਨਲਿਸਟ ਹੋਣਗੇ ਉਹਨਾਂ ਨੂੰ ਕਾਲ ਕਰਕੇ ਜ਼ਰੂਰ ਇਨਫੋਰਮ ਕੀਤਾ ਜਾਵੇਗਾ, ਨਹੀਂ ਵੀ ਹੋਣਗੇ ਉਹਨਾਂ ਨੂੰ ਵੀ ਇਨਫੋਰਮ ਕੀਤਾ ਜਾਵੇਗਾ ਔਰ ਦੇਖਦੇ ਹਾਂ ਕਿ ਫਾਈਨਲ ਰਾਊਂਡ ਦੇ ਵਿੱਚ ਕਿਹੜੇ 5 ਕੰਟੈਸਟੈਂਟਸ ਜਿਹੜੇ ਨੇ ਉਹ ਨਿਕਲ ਕੇ ਇਹਨਾਂ ਦੇ ਵਿੱਚੋਂ ਪਹੁੰਚਦੇ ਨੇ ਜੀ। ਸੋ ਇੱਕ ਵਾਰ ਮੈਂ ਫਿਰ ਤੋਂ ਪੁੱਛਾਂਗਾ ਰਾਜ ਭਾਜੀ ਕਿੱਦਾਂ ਰਿਹਾ ਜੀ ਅੱਜ ਦਾ ਰਾਊਂਡ? ਅੱਜ ਦਾ ਰਾਊਂਡ ਬਹੁਤ ਵਧੀਆ ਰਿਹਾ ਜੀ, ਫੁੱਲੀ ਇੰਜੋਏ ਕੀਤਾ ਸਭ ਨੇ ਆਪਣੀ ਮਿਹਨਤ ਨਾਲ। ਇਟਸ ਨਾਟ ਈਜ਼ੀ ਟੂ ਕੁਕ ਸੇਮ ਵੇ ਐਜ਼ ਯੂ ਕੁਕ ਐਟ ਹੋਮ ਤੇ ਵੀ ਕੈਨ ਆਲ ਜੱਜਸ ਵੀ ਆਰ ਹੇਅਰ ਟੂ ਅੰਡਰਸਟੈਂਡ ਕਰ ਲੈਂਦੇ ਆ ਵੀ ਔਖਾ ਆ ਇੱਥੇ ਬਣਾਉਣਾ ਸਾਰਾ ਕੁਝ, ਫਸਟ ਟਾਈਮ ਇਹਨਾਂ ਲਈ ਐਕਸਪੀਰੀਅੰਸ ਆ ਬਟ ਦੇ ਟਰਾਈਡ देयर बेस्ट, दे पुट देयर हार्ट आउट एंड सैल्यूट टू देम। या ਕਮਲ ਭਾਜੀ बहुत एफर्ट पाई हर एक कंटेस्टेंट ने। एज पाजी सैड इट्स नॉट ईजी टू कुक इन कमर्शियल किचन, स्पैशली फर्स्ट टाइम तुसी आके तुहानूं माहौल ही डिफरेंट लगदा, घर दे विच कुक करना इट्स वेरी ईजी एज कंपेयर टू कमर्शियल किचन। फिर भी उन्होंने बहुत एफर्ट पाई। हुण ਇੰਨਾ ਵਧੀਆ ਫੂਡ ਬਣਾ ਕੇ ਗਏ ਹੈ ਕਿ ਹੁਣ ਸਾਨੂੰ ਜਿਹੜੀ ਬ੍ਰੇਨ ਸਟੋਰਮਿੰਗ ਕਰਨੀ ਪੈਣੀ ਹੈ। ਆਈ ਡੋਂਟ ਨੋ, ਖਾਣਾ ਤਾਂ ਬਹੁਤ ਸੌਖਾ ਸੀਗਾ, ਟੇਸਟ ਕਰਨਾ ਬਹੁਤ ਸੌਖਾ ਸੀ ਪਰ ਹੁਣ ਉਹਨਾਂ ਦੇ ਵਿੱਚੋਂ 5 ਫਾਈਨਲਿਸਟ ਕਰਨੇ ਬਹੁਤ ਔਖਾ ਹੈ ਜੀ, ਬਹੁਤ ਔਖਾ ਹੈ ਜੀ, ਬਹੁਤ ਔਖਾ ਹੈ ਬਿਲकुल। और अंशुल भाजी ਤੁਸੀਂ आप क्या कहोगे? सब ने अपना काफ़ी अच्छा परफॉर्म किया है आज कमर्शियल किचन एनवायरनमेंट में। It's not very easy to cook in commercial kitchens, but then हमने उनको शो अराउंड भी किया था। कोई उनके डाउट्स थे स्टोव के बारे में, उस बारे में भी सब हुआ है। सब ने अपना एफर्ट डाला, दे ट्राइड टू क्रिएट अ लवली डिश और डिशेस। हमारे लिए भी काफ़ी टफ होगा हर एक एंगल से समझना और डिसाइड करना कि कौन अगले 5 कंटेस्टेंट्स मूव ऑन करेंगे। इट विल बी अ टफ गेम जी, क्योंकि हमने हर पॉइंट्स को देखा है, हमने इनको कुकिंग करते भी बीच बीच में नोट किया है कि कौन कैसे परफॉर्म कर रहा था और हर चीज़ को देखते हुए, हर चीज़ को समझते हुए ये डिसीजन लिया जाएगा अगले 1-2 दिन के अंदर, which is not going to be easy for us judges, but let's see what happens and who will be our next 5 finalists. ਮੈਨੂੰ ਲੱਗਦਾ ਕਿ ਬਹੁਤ ਖੂਬਸੂਰਤੀ ਦੇ ਨਾਲ ਇਹਨਾਂ ਨੇ ਆਪਣਾ ਜਿਹੜਾ ਅੱਜ ਦਾ ਐਕਸਪੀਰੀਅੰਸ ਦੱਸਿਆ ਔਰ ਜਿਹੜਾ ਐਕਸਪੀਰੀਅੰਸ ਇਹਨਾਂ ਨੂੰ ਮਿਲਿਆ ਫੂਡ ਦਾ ਬਹੁਤ ਔਖਾ ਹੈ ਜੀ। ਜਦੋਂ ਅਸੀਂ ਇੱਕ ਪਲੇਟ ਵੀ ਟੇਸਟ ਕਰਦੇ ਹਾਂ ਔਰ 9 ਕੰਟੈਸਟੈਂਟਸ ਦੀ ਪਲੇਟਸ ਨੂੰ ਟੇਸਟ ਕਰਨਾ, ਉਹਨਾਂ ਨੂੰ ਪਰਖਣਾ, ਉਹਨਾਂ ਨੂੰ ਸਮਝਣਾ, ਉਹਨਾਂ ਨੂੰ ਕਮੈਂਟ ਕਰਨਾ ਬਹੁਤ ਔਖਾ ਹੈ ਜੀ। ਸੋ ਇੱਕਦਮ ਜਿਹੜਾ ਰਿਜ਼ਲਟ ਹੈ ਅੱਜ ਨਹੀਂ ਆ ਸਕਦਾ ਬਟ ਬਹੁਤ ਛੇਤੀ ਤੁਹਾਡੇ ਤੱਕ ਰਿਜ਼ਲਟ ਵੀ ਆਵੇਗਾ। ਇੱਕ ਤੋਂ ਬਾਅਦ ਇੱਕ ਜਿਹੜੇ ਐਪੀਸੋਡਸ ਨੇ ਤੁਸੀਂ ਸਾਡੇ ਲਾਈਕ ਕਰ ਰਹੇ ਹੋ, ਸ਼ੇਅਰ ਕਰ ਰਹੇ ਹੋ, ਲੋਕਾਂ ਤੱਕ ਪਹੁੰਚਾ ਰਹੇ ਹੋ ਔਰ ਆਪਣੇ ਜਿਹੜੇ
ਫੇਵਰੇਟ ਕੰਟੈਸਟੈਂਟ ਨੇ ਉਹਨਾਂ ਲਈ ਤੁਸੀਂ ਰੂਟ ਵੀ ਕਰ ਰਹੇ ਹੋ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਛੇਤੀ ਹੁਣ ਫਾਈਨਲ ਰਾਊਂਡ ਦੇ ਵਿੱਚ ਆਵਾਂਗੇ। ਇੱਦਾਂ ਹੀ ਦੇਖਦੇ ਰਹੋ ਜੀ BTV ਬ੍ਰੌਡਕਾਸਟਿੰਗ। ਆਲਵੇਜ਼ ਬੀ ਪੋਜ਼ਿਟਿਵ, ਬੀ ਯੋਰਸੈਲਫ ਐਂਡ ਬੀ ਸਪਾਈਸੀ।